ਅਸੀਂ ਜਿੰਨੇ ਐਗਜ਼ਾਮ ਲਏ ਨੇ ਸਾਰੇ ਟੋਟਲ ਟਰਾਂਸਪੇਰੈਂਟ ਹੋਏ ਨੇ, ਮੈਰਿਟ ਤੇ ਹੋਏ ਨੇ। ਇਹ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗਵਰਨਮੈਂਟ ਹੋਇਆ ਕਿ ਜਿੱਥੇ ਮਹਿਕਮੇ ਦੀ ਐਲੋਕੇਸ਼ਨ ਵੀ ਜਿਹੜੀ ਆ ਔਨ ਮੈਰਿਟ ਹੋਈ ਆ। ਜਿਹੜਾ ਕੈਂਡੀਡੇਟ ਪੇਪਰ ਦਊਗਾ ਉਹੀ ਕੈਂਡੀਡੇਟ ਕਾਉਂਸਲਿੰਗ 'ਚ ਆਏਗਾ, ਉਹੀ ਕੈਂਡੀਡੇਟ ਅਲਟੀਮੇਟਲੀ ਜੁਆਇਨ ਕਰੇਗਾ। ਸੋ ਉਹਦੇ ਵਿੱਚ ਹੁਣ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰ ਸਕਦੇ ਵੀ ਤੁਹਾਡੀ ਜਗ੍ਹਾ ਕੋਈ ਹੋਰ ਬੰਦਾ ਬੈਠ ਕੇ ਤੇ ਪੇਪਰ ਦੇ ਲਵੇ। ਪਿਛਲੇ 4 ਸਾਲਾਂ ਦੇ ਵਿੱਚ ਕੋਈ ਐਸਟੀਮੇਟ ਅੰਦਾਜ਼ਨ ਆਈਡੀਆ ਦੱਸ ਸਕਦੇ ਹੋ ਕਿੰਨੀਆਂ ਪੋਸਟਾਂ ਫਿਲ ਕੀਤੀਆਂ? ਹਾਂ, ਮੈਂ ਤੁਹਾਨੂੰ ਦੇਖੋ ਰਫਲੀ ਦੱਸਿਆ ਵੀ ਇਹ ਕਲੈਰੀਕਲ ਵਗੈਰਾ ਸਾਰੀਆਂ ਪਾ ਕੇ 8 ਤੋਂ 10 ਹਜ਼ਾਰ ਪੋਸਟ ਜ਼ਰੂਰ ਭਰਤੀ ਹੋਈ ਹੋਏਗੀ। ਸਰਕਾਰ ਕਹਿੰਦੀ 62,000 ਭਰਤੀ। ਕਾਂਗਰਸ ਗਵਰਨਮੈਂਟ ਨੇ ਬੋਰਡ ਕਨਸਟੀਟਿਊਟ ਕੀਤਾ, ਅਸੀਂ ਇੱਕ ਵੀ ਏਜੰਸੀ ਜਿਹੜੀ ਆ ਪ੍ਰਾਈਵੇਟ ਹਾਇਰ ਨਹੀਂ ਕੀਤੀ। ਸਾਰੀਆਂ ਏਜੰਸੀਆਂ ਜਾਂ ਤਾਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਜਾਂ ਪੰਜਾਬ ਗਵਰਨਮੈਂਟ ਦੀਆਂ ਨੇ। ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਬਾਰਡਰ ਏਰੀਆ ਸਾਰਾ ਪੰਜਾਬ ਦਾ, ਉੱਥੇ ਡੀਸੀ ਦਫ਼ਤਰ ਜਾਂ ਹੋਰ ਦਫ਼ਤਰਾਂ ਦੇ ਵਿੱਚ ਬਹੁਤ ਪੋਸਟਾਂ ਖਾਲੀ ਨੇ, ਬਹੁਤ ਲੰਬੇ ਸਿਰ ਤੋਂ ਖਾਲੀ ਚੱਲੀ ਰਹੀਆਂ। ਉਹਦੇ ਪ੍ਰਤੀ ਤੁਸੀਂ ਉਹ ਸਰਕਾਰ ਨੂੰ ਕੋਈ ਸਿਫਾਰਿਸ਼ ਨਹੀਂ ਭੇਜਦੇ? ਸਾਡਾ ਕੰਮ ਰਿਕਰੂਟ ਕਰਨ ਤੱਕ ਹੀ ਆ। ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਇੰਨੀਆਂ ਪੋਸਟਾਂ ਭੇਜੋ। ਇਟ ਇਜ਼ ਫॉर ਦੀ ਗਵਰਨਮੈਂਟ, ਸਰਕਾਰ ਫੈਸਲਾ ਕਰਦੀ ਹੈ। ਕੇਂਦਰ ਸਰਕਾਰ ਨੇ ਕਿ ਪੰਜਾਬ ਸਰਕਾਰ ਨੇ ਕਿ ਹੁਣ ਜਿਹੜੇ ਅਹਿਮ ਇਗਜ਼ਾਮ ਨੇ ਬੱਚਿਆਂ ਦੇ, ਉਹ CBSE ਦੀ ਵੀ ਅੱਗੇ ਪਾਤੀ, ਹੋਰ ਵੀ ਪਾਤੇ। ਆਨਲਾਈਨ ਦੀ ਪ੍ਰਕਿਰਿਆ ਸਟਾਰਟ ਹੋ ਗਈ ਕਿ ਆਪਾਂ ਇਹ 'ਚ ਆਨਲਾਈਨ ਦਾ ਕੋਈ ਪ੍ਰਾਵਧਾਨ ਨਹੀਂ ਲੈ ਸਕਦੇ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਕੋਰੋਨਾ ਦੇ ਦੌਰਾਨ ਰੁਜ਼ਗਾਰ ਬਹੁਤ ਜ਼ਿਆਦਾ ਖੁੱਸਿਆ ਹੈ। ਲੋੜਵੰਦ ਰੁਜ਼ਗਾਰ ਦੀ ਹਰ ਜਗ੍ਹਾ ਭਾਲ ਕਰ ਰਹੇ ਨੇ। ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਇਹਨਾਂ ਨੂੰ ਮੌਕੇ ਦਿੱਤੇ ਜਾਣ। ਇਸ ਮੌਕਿਆਂ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਕਿੰਨਾ ਕਾਮਯਾਬ ਹੋਈ ਹੈ, ਉਹਦੇ ਸੰਬੰਧਿਤ ਵਿਭਾਗ ਕਿੰਨੇ ਕਾਮਯਾਬ ਹੋਏ ਨੇ, ਇਹਨਾਂ ਨੇ ਕਿੰਨੀਆਂ ਨੌਕਰੀਆਂ ਭਰੀਆਂ ਨੇ, ਅਜਿਹੇ ਮੁੱਦਿਆਂ ਨੂੰ ਜਾਣਨ ਲਈ ਸਾਡੇ ਨਾਲ ਨੇ ਸਬਆਰਡੀਨੇਟ ਸਰਵਿਸ ਬੋਰਡ ਦੇ ਸ਼੍ਰੀ ਰਮਨ ਬਹਿਲ। ਉਹਨਾਂ ਤੋਂ ਜਾਣਾਂਗੇ ਕਿ ਇਹਨਾਂ ਨੇ ਸਰਕਾਰ ਦੇ ਮੱਦੇਨਜ਼ਰ ਇਹ ਕਿੰਨੀ ਸੇਵਾਵਾਂ ਨਿਭਾਈਆਂ ਤੇ ਕਿੰਨੀਆਂ ਭਰਤੀਆਂ ਕੀਤੀਆਂ, ਉਹਦੇ ਲਈ ਪਾਰਦਰਸ਼ਤਾ ਨੂੰ ਕਿਵੇਂ ਇਹਨਾਂ ਨੇ ਰੱਖਿਆ। ਸਾਡੇ ਨਾਲ ਨੇ ਸ਼੍ਰੀ ਰਮਨ ਬਹਿਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਔਰ ਸਤਿ ਸ਼੍ਰੀ ਅਕਾਲ। ਬਹਿਲ ਸਾਹਿਬ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜੇ ਅਸੀਂ ਗੱਲ ਕਰੀਏ, ਸਰਕਾਰ ਚੋਣਾਂ ਦੇ ਨੇੜੇ ਹੀ ਆ ਕੇ ਨੌਕਰੀਆਂ ਦੀ ਗੱਲ ਕਿਉਂ ਕਰਦੀ ਹੈ? ਦੇਖੋ, ਮੇਰਾ ਮੰਨਣਾ ਇਹ ਹੈ ਕਿ ਜਿਹੜੀ ਰਿਕਰੂਟਮੈਂਟ ਹੈ ਇਹ ਕੰਟੀਨਿਊਸ ਇੱਕ ਐਸਾ ਪ੍ਰੋਸੈਸ ਹੈ ਜਿਹੜਾ ਲਗਾਤਾਰ ਚੱਲਦਾ ਹੈ ਜੀ। ਔਰ ਜਿਸ ਵਕਤ ਬੋਰਡ 2018 'ਚ ਕਨਸਟੀਟਿਊਟ ਹੋਇਆ, ਮੈਂ ਚੇਅਰਮੈਨ ਬਣਿਆ ਜੀ, ਔਰ ਅਸੀਂ ਉਸੇ ਵਕਤ ਹੀ ਰਿਕਰੂਟਮੈਂਟ ਦਾ ਕੰਮ ਸ਼ੁਰੂ ਕਰ ਦਿੱਤਾ ਜੀ। ਜਿਹੜਾ ਮੇਰੇ ਕੋਲ ਪੈਂਡਿੰਗ ਕੰਮ ਵੀ ਸੀਗਾ ਉਹਨੂੰ ਵੀ ਅਸੀਂ ਪ੍ਰੋਸੈਸ ਦੇ ਵਿੱਚ ਲੈਣ ਦਾ। ਔਰ 2018 ਤੋਂ ਹੀ ਭਾਵੇਂ ਉਹ ਕਲਰਕਾਂ ਦੀ ਰਿਕਰੂਟਮੈਂਟ ਸੀ, ਸਟੈਨੋਸ ਦੀ ਸੀਗੀ, ਇਲੈਕਸ਼ਨ ਕਾਨੂੰਗੋਜ਼ ਦੀ ਸੀਗੀ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰਸ ਦੀ ਸੀਗੀ, ਫਿਸ਼ਰੀ ਆਫਿਸਰਸ ਦੀ ਸੀਗੀ, ਇਹ ਸਾਰੀਆਂ ਰਿਕਰੂਟਮੈਂਟਸ ਚੱਲਦੀਆਂ ਰਹੀਆਂ। ਜਿਹੜਾ ਤੁਹਾਡਾ ਗੱਲ ਬਿਲਕੁਲ ਠੀਕ ਹੈ ਕਿ ਇਹਨੂੰ ਪਹਿਲੇ ਸਾਲਾਂ ਦੇ ਵਿੱਚ ਵੀ ਪੂਰੇ ਜ਼ੋਰ ਨਾਲ ਰੱਖਣਾ ਚਾਹੀਦਾ, ਪਰ ਕੁਝ ਹਾਲਾਤ ਐਸੇ ਰਹੇ। ਇੱਕ ਤਾਂ ਕੋਵਿਡ ਕਰਕੇ ਜਿਹੜਾ ਇਹਦਾ ਪ੍ਰੋਸੈਸ ਹੈ ਉਹ ਡਿਲੇ ਹੋਇਆ। ਦੂਸਰਾ 2-3 ਮੇਜਰ ਡਿਸੀਜ਼ਨਸ ਪੰਜਾਬ ਗਵਰਨਮੈਂਟ ਦੇ ਲਏ ਗਏ, ਜਿਹਦੇ ਵਿੱਚ ਤੁਸੀਂ ਦੇਖਿਆ ਵੂਮਨ ਰਿਜ਼ਰਵੇਸ਼ਨ ਆਈ ਜੀ। ਇੱਕ ਸਾਡੇ ਜਿਹੜੇ ਪੇ ਸਕੇਲ ਸੀਗੇ ਪੰਜਾਬ ਦੇ ਔਰ ਸੈਂਟਰ ਦੇ, ਉਹ ਅਸੀਂ ਬਰਾਬਰ ਕੀਤੇ। ਔਰ ਤੀਸਰਾ ਇਕਨੋਮਿਕ ਵੀਕਰ ਸੈਕਸ਼ਨ ਦਾ ਆਇਆ। ਸੋ ਇਹਨਾਂ ਤਿੰਨਾਂ ਚੀਜ਼ਾਂ ਦੇ ਆਉਣ ਨਾਲ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਡਿਲੇ ਹੋਈ ਆ, ਪਰ ਉਸ ਚੀਜ਼ ਨੂੰ ਪੂਰਾ ਕਰਨ ਲਈ ਗਵਰਨਮੈਂਟ ਬਹੁਤ ਤੇਜ਼ੀ ਦੇ ਨਾਲ ਰਿਕੁਇਜ਼ੀਸ਼ਨਸ ਭੇਜ ਕੇ ਇਹ ਰਿਕਰੂਟਮੈਂਟ ਜਿਹੜਾ ਪ੍ਰੋਸੈਸ ਹੈ ਉਹਨੂੰ ਚਲਾ ਰਹੇ ਨੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਚੋਣਾਂ ਵੇਲੇ ਘਰ ਘਰ ਰੁਜ਼ਗਾਰ, ਹਰ ਘਰ ਦੇ ਵਿੱਚ ਇੱਕ ਰੁਜ਼ਗਾਰ। ਪਰ ਮੇਰੇ ਕੋਲ ਜਿਹੜੇ ਅੰਕੜੇ ਸਾਹਮਣੇ ਆਏ ਨੇ ਮੌਜੂਦਾ ਅੱਜ ਦੇ, ਜੇ ਘਰ ਘਰ ਰੁਜ਼ਗਾਰ ਦੀ ਸਾਈਟ ਤੇ 8361 ਪੋਸਟਾਂ ਦੱਸੀਆਂ ਗਈਆਂ ਨੇ ਸਰਕਾਰੀ, 8855 ਦੱਸੀਆਂ ਗਈਆਂ ਨੇ ਪ੍ਰਾਈਵੇਟ। ਟੋਟਲ 17,016 ਪੋਸਟਾਂ ਬਣਦੀਆਂ, ਜਦ ਕਿ ਰੁਜ਼ਗਾਰ ਦੀ ਮੰਗ ਕਰਨ ਵਾਲੇ 11,99,564 ਨੇ ਸਾਈਡ ਦੇ ਮੁਤਾਬਕ। ਅੱਜ ਦੇ ਮੁਤਾਬਕ ਸਰਕਾਰ ਫਿਰ ਇਹ 'ਚ ਕਿੰਨਾ ਕੁ ਸਫਲ ਹੋਈ? ਬਟ ਸਭ ਗੱਲ ਇਹ ਹੈ ਕਿ ਇਹ ਜਿਹੜਾ ਤੁਹਾਡੇ ਕੋਲ ਅੰਕੜਾ ਹੈਗਾ ਨਾ ਥਰੂ ਆਊਟ ਵੱਖਰੀ ਆਰਗੇਨਾਈਜੇਸ਼ਨ ਦਾ ਜੀ, ਜਿਹੜਾ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਬੇਸਿਕਲੀ ਇਹਦੇ ਰਿਕਰੂਟਮੈਂਟ ਬੋਰਡ ਹੈ।
ਜੀ। ਸਾਡੇ ਕੋਲ ਜਿਹੜੀ ਰਿਕੁਜੀਸ਼ਨ ਸਰਕਾਰ ਵੱਲੋਂ ਆਉਣੀ ਆ ਡਿਫਰੈਂਟ ਮਹਿਕਮੇ ਵੱਲੋਂ ਆਉਣੀ ਆ ਜੀ। ਔਰ ਜਿੱਦਾਂ ਜਿੱਦਾਂ ਉਹਨਾਂ ਮਹਿਕਮਿਆਂ ਦੇ ਵਿੱਚ ਰਿਕੁਆਇਰਮੈਂਟ ਹੋਏਗੀ ਜੀ। ਉਹਨਾਂ ਪੋਸਟਾਂ ਦੀ, ਉਹ ਪੋਸਟਾਂ ਸਾਡੇ ਕੋਲ ਭੇਜ ਦੇਣਗੇ ਵਿਦ ਦੈਟ ਰਿਕਰੂਟਮੈਂਟ ਰਿਕੁਜੀਸ਼ਨ, ਔਰ ਉਹਨਾਂ ਦਾ ਫਿਰ ਆਪਾਂ ਰਿਟਨ ਟੈਸਟ ਲੈ ਕੇ ਉਹ ਰਿਕਰੂਟ ਕਰਕੇ ਕੈਂਡੀਡੇਟ ਜਿਹੜੇ ਨੇ ਉਹ ਵੱਖਰੇ ਡਿਪਾਰਟਮੈਂਟਸ ਨੂੰ ਦੇ ਦਾਂਗੇ। ਸਰਕਾਰ ਨੇ ਪਿਛਲੇ ਦਿਨੀ ਦਾਅਵਾ ਕੀਤਾ ਹੈ, ਪ੍ਰੈਸ ਨੋਟ ਜਾਰੀ ਕੀਤਾ ਹੈ ਕਿ 62,000 ਤੋਂ ਜ਼ਿਆਦਾ ਉਹ ਸਰਵਿਸ ਦੇ ਚੁੱਕੇ ਨੇ। 38,000 ਬੈਲੈਂਸ ਨੇ। ਜਿਹੜੀ ਸਰਕਾਰੀ ਦੀ ਗੱਲ ਕਰਦੇ ਆਪਾਂ, ਉਹ ਕਿੰਨੀ ਕੀ ਕਿਹੜੇ ਕਿਹੜੇ ਖੇਤਰ 'ਚ ਹੋਈਆਂ ਜੀ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡੇ ਜਿਹੜੇ ਬੋਰਡ ਕੋਲ ਵੀ ਅਸੀਂ 25 ਮਾਰਚ ਨੂੰ ਜਿਹੜੀ ਮੀਟਿੰਗ ਕੀਤੀ ਹੈ ਬੋਰਡ ਮੀਟਿੰਗ, ਉਹਦੇ ਵਿੱਚ ਅਸੀਂ 2280 ਪੋਸਟਾਂ ਦੀ ਜਿਹੜੀ ਐਡਵਰਟਾਈਜ਼ਮੈਂਟਸ ਨੇ ਹੁਣ ਤੱਕ ਜਾਰੀ ਕਰ ਚੁੱਕੇ ਆ। ਔਰ ਇਸ ਤੋਂ ਇਲਾਵਾ 1152 ਦੇ ਕਰੀਬ ਪਟਵਾਰੀ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਐਡਵਰਟਾਈਜ਼ ਹੋ ਕੇ ਉਹਨਾਂ ਦਾ ਐਗਜ਼ਾਮ 2 ਮਈ ਨੂੰ ਫਿਕਸ ਹੋ ਗਿਆ ਸੀ। ਕੋਵਿਡ ਕਰਕੇ ਸਾਨੂੰ ਉਹ ਮੁਲਤਵੀ ਕਰਨਾ ਪਿਆ। ਜੂਨੀਅਰ ਡਰਾਫਟਸਮੈਨ ਨੇ 547 ਉਹ ਨੇ। ਸੋ ਇਹ ਉਹ ਪੋਸਟਾਂ ਨੇ, ਤੁਹਾਨੂੰ ਮੈਂ ਦੱਸਿਆ ਵੀ 4-5 ਹਜ਼ਾਰ ਤੇ ਹੀ ਪੋਸਟਾਂ ਨੇ ਜਿਹਦੀ ਆਲਰੇਡੀ ਪਾਈਪਲਾਈਨ ਦੇ ਵਿੱਚ ਹੈਗੀਆਂ ਨੇ। ਔਰ ਇਹਦੇ ਵਿੱਚ ਅਸੀਂ ਇਸ ਤੋਂ ਇਲਾਵਾ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਅਸੀਂ ਜੇਲ੍ਹ ਵਾਰਡਨ ਜਿਹੜੇ ਨੇ 815 ਦੇ ਕਰੀਬ ਰਿਕਰੂਟ ਕਰਨ ਜਾ ਰਹੇ ਆ। 32 ਦੇ ਕਰੀਬ ਮੈਟਰਨ ਨੇ। ਇਸੇ ਤਰੀਕੇ ਦੇ ਨਾਲ ਕਲਰਕ ਲੀਗਲ, ਇਹਦੇ ਵਿੱਚ ਲੀਗਲ ਸਿਸਟਮ ਨੂੰ ਹੋਰ ਸਟਰੋਂਗ ਕਰਨ ਵਾਸਤੇ ਵੱਖਰੇ ਵੱਖਰੇ ਮਹਿਕਮਿਆਂ ਦੇ ਵਿੱਚ ਉਹਦੇ ਲਈ 160 ਪੋਸਟਾਂ ਕੱਢੀਆਂ ਨੇ। ਸਕੂਲ ਲਾਇਬ੍ਰੇਰੀਅਨ, ਜਿਹੜੀਆਂ ਬੱਚਿਆਂ ਨੂੰ ਜਿਹੜੀ ਪੜ੍ਹਾਈ ਦੀ ਆਦਤ ਦਿਨ ਬ ਦਿਨ ਜਨਰਲ ਰੀਡਿੰਗ ਦੀ ਘਟ ਰਹੀ ਆ, ਉਹਦੇ ਵਾਸਤੇ ਸਰਕਾਰ ਨੇ 750 ਪੋਸਟ ਦਿੱਤੀ ਆ। ਐਕਸਾਈਜ਼ ਇੰਸਪੈਕਟਰ ਦੇ ਵਿੱਚ ਫਿਰ 51 ਪੋਸਟਾਂ ਦਿੱਤੀਆਂ ਨੇ। ਇੰਡਸਟਰੀਜ਼ ਆਫਿਸਰ ਬਲਾਕ ਲੈਵਲ ਔਰ ਦੂਸਰੇ ਉਹ ਤਕਰੀਬਨ 56 ਇੱਕ ਨੇ, 61 ਇੱਕ ਨੇ। ਇਸ ਤੋਂ ਇਲਾਵਾ ਅਸੀਂ ਐਕਸਾਈਜ਼ ਇੰਸਪੈਕਟਰ ਤੁਹਾਨੂੰ ਮੈਂ ਦੱਸੇ ਨੇ, ਫਿਸ਼ਰੀ ਆਫਿਸਰਸ ਅਸੀਂ ਰਿਕਰੂਟ ਕਰਨ ਜਾ ਰਹੇ ਆ। ਔਰ ਕਈ ਐਸੀਆਂ ਪੋਸਟਾਂ ਨੇ ਜਿਹਦੇ ਵਿੱਚ ਸਰਕਾਰ ਦੀਆਂ ਰਿਕੁਜੀਸ਼ਨ ਸਾਡੇ ਕੋਲ ਆ ਗਈਆਂ ਨੇ ਔਰ ਉਹ ਅਸੀਂ ਸੁਪਰਵਾਈਜ਼ਰਸ ਨੇ ਲੇਡੀਜ਼ ਦੀਆਂ। ਸੋ ਕਹਿਣ ਤੋਂ ਭਾਵ ਹੈ ਵੀ ਜਿੱਥੇ ਜਿੱਥੇ ਡਿਪਾਰਟਮੈਂਟ ਨੂੰ ਪੋਸਟਾਂ ਦੀ ਘਾਟ ਆ ਰਹੀ ਆ, ਉੱਥੇ ਸਰਕਾਰ ਬਹੁਤ ਤੇਜ਼ੀ ਦੇ ਨਾਲ ਇਹਨੂੰ ਫਿਲ ਕਰਨ ਲਈ ਜਾ ਰਹੀ ਆ। ਤੁਸੀਂ ਪਟਵਾਰੀਆਂ ਦੀ ਗੱਲ ਕੀਤੀ ਹੈ, 1090 ਪੋਸਟਾਂ ਨੇ ਸ਼ਾਇਦ ਜਿਹੜੀਆਂ ਤੁਸੀਂ ਉਹ 1152, ਜਿਹਦੇ ਵਿੱਚ ਮੋਸਟਲੀ ਪਟਵਾਰੀਜ਼ ਨੇ ਔਰ ਕੁਝ ਕਲਰਕਸ ਨੇ, ਕਨਾਲ ਕਲਰਕਸ ਨੇ ਔਰ ਜ਼ਿਲ੍ਹੇਦਾਰ ਨੇ ਜੀ। ਪਰ ਜਿਹੜੇ ਅੰਕੜੇ ਸਾਨੂੰ ਮਿਲੇ ਨੇ ਉਹ 'ਚ ਇਹ ਹੈ ਕਿ ਇੱਥੇ ਵੈਕੈਂਸੀਆਂ ਖਾਲੀ ਬਹੁਤ ਪਈਆਂ ਨੇ। 10% ਦੀ ਇਹ ਫਿਲਅਪ ਹੋਏਗੀ, ਯਾਨੀ ਕਿ 90% ਦਾ ਇਹ ਪਾੜਾ ਰਹੇਗਾ। ਨਹੀਂ, ਮੇਰਾ ਖਿਆਲ ਜਿਹੜੀ ਕੋਈ ਉਹਨਾਂ ਦੀ ਪੈਂਡਿੰਗ ਹੈ ਨਾ, ਜੋ ਮੈਨੂੰ ਉਹ 600-700 ਹੈ। ਔਰ ਉਹਦਾ ਵੀ ਇੱਕ ਗਵਰਨਮੈਂਟ ਇਹ ਵੀ ਕਰ ਰਹੀ ਹੈ ਵੀ ਕਈ ਵਾਰੀ ਤੁਸੀਂ ਸਾਰੀ ਦੀ ਸਾਰੀ ਇੱਕ ਵਾਰੀ ਰਿਕਰੂਟ ਕਰ ਲਓ ਔਰ ਉਸ ਤੋਂ ਬਾਅਦ ਜਦੋਂ ਰਿਟਾਇਰਮੈਂਟ ਆਊਗੀ ਦੇ ਆਲ ਵਿਲ ਰਿਟਾਇਰ ਔਨ ਵਨ ਡੇਟ। ਸੋ ਇਟ ਇਜ਼ ਆਲਵੇਜ਼ ਗੁੱਡ ਵੀ ਤੁਸੀਂ 1100 ਹੁਣ ਕਰ ਲਿਆ, ਮਹੀਨੇ 2 ਬਾਅਦ ਜਿਹੜੀ ਬਾਕੀ 600-700 ਹੈ ਫਿਰ ਕਰ ਲਓ, ਸੋ ਦੈਟ ਅੱਗੇ ਪ੍ਰੋਸੈਸ ਜਿਹੜਾ ਉਹ ਚੱਲਦਾ ਰਹੇ। ਨਹੀਂ, ਇੱਕ ਗੱਲ ਹੋਰ ਵੀ ਹੈ ਜੀ, ਤੁਹਾਡਾ ਸਰਕਾਰ ਨਾਲ ਤਾਲਮੇਲ ਰਹਿੰਦਾ ਹੈ। ਆਪਣੇ ਕੋਲੇ ਇਹ ਤਾਂ ਵੇਰਵੇ ਹੋਣਗੇ ਵੀ ਇਸ ਸਾਲ ਦੇ ਵਿੱਚ ਇੰਨੇ ਲੋਕ ਸੀ ਕੈਟਾਗਰੀ ਤੁਸੀਂ ਭਰਦੇ ਹੋ ਕੱਲੀ? ਅਸੀਂ ਗਰੁੱਪ ਸੀ ਕੈਟਾਗਰੀ ਉਹ ਹੈ ਜਿਹੜੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਇਹ ਟੋਟਲ ਕਿੰਨੀ ਕਿ ਵੈਕੈਂਸੀਆਂ ਹੁੰਦੀਆਂ ਟੋਟਲ ਪੰਜਾਬ ਦੇ ਵਿੱਚ? ਟੋਟਲ ਵੈਕੈਂਸੀਜ਼ ਤੇ ਡਿਪੈਂਡ ਕਰੇਗਾ ਡਿਪਾਰਟਮੈਂਟ ਵਾਈਜ਼। ਤੁਹਾਨੂੰ ਮੈਂ ਦੱਸਿਆ ਨਾ, ਇਹ ਜਿਹੜੀ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਮੰਨ ਲਓ ਖਾਲੀ ਹੁੰਦੀਆਂ ਨੇ, ਉਸ ਤੋਂ ਬਾਅਦ ਡਿਪਾਰਟਮੈਂਟ ਫਿਰ ਉਹਦੀ ਰਿਕੁਜੀਸ਼ਨ ਬਣਾਉਂਦਾ ਜੀ ਔਰ ਉਹ ਰਿਕੁਜੀਸ਼ਨ ਜਿਹੜੀ ਅਲਟੀਮੇਟਲੀ ਬੋਰਡ ਕੋਲ ਆ ਜਾਂਦੀ ਆ। ਬੋਰਡ ਦਾ ਜਿਹੜਾ ਪ੍ਰੋਸੈਸ ਹੈ ਨਾ, ਉਹਦੇ ਉੱਤੇ ਤੱਕ ਹੀ ਮਹਿਦੂਦ ਹੈ ਕਿ ਜਿਹੜੀ ਸਾਨੂੰ ਰਿਕਰੂਟਮੈਂਟ ਆਉਣੀ ਆ, ਅਸੀਂ ਉਹਦੀ ਸਿਲੈਕਸ਼ਨ ਕਰਨੀ ਆ। ਉਹਦੇ ਅੰਕੜੇ ਵੱਖਰੇ ਵੱਖਰੇ ਮਹਿਕਮਿਆਂ ਕੋਲ ਕੀ ਨੇ, ਉਹ ਦੈਟ ਇਜ਼ ਵਿਦ ਦੀ ਡਿਪਾਰਟਮੈਂਟ। ਚਲੋ ਮੈਂ ਤੁਹਾਡੇ ਨਾਲ ਐਡ ਕਰਦਾ ਇੱਕ ਗੱਲ ਵੀ ਆਪਣੇ ਕੋਲੇ ਸਾਰੇ ਵੇਰਵੇ ਹੁੰਦੇ ਨੇ, ਸਰਕਾਰ ਕੋਲੇ ਹਰ ਅਲੱਗ-ਅਲੱਗ ਵਿਭਾਗ ਕੋਲ ਸਾਰੇ ਵੇਰਵੇ ਨੇ ਕਿ ਸਾਡੇ ਇੰਨਾ ਸਟਾਫ ਇਸ ਸਾਲ ਤੱਕ ਰਿਟਾਇਰ ਹੋ ਜਾਏਗਾ, ਸੇਵਾ ਮੁਕਤ ਹੋ ਜਾਏਗਾ, ਜਾਂ ਆਪਾਂ ਨੂੰ ਇਹਦੀ ਵਰਕਲੋਡ ਇੰਨਾ ਵਧਿਆ, ਸਾਰੀ ਇੱਕ ਨਵੀਂ ਪੋਸਟ ਕ੍ਰੀਏਟ ਕਰਨੀ ਆ। ਉਹ ਇੱਕ ਵੇਰਵੇ ਤਾਂ ਹੁੰਦੇ ਆ, ਪਰ ਫਿਰ ਵੀ ਇੱਕ ਲੰਬਾ ਚੱਲ ਜਾਂਦਾ ਕੰਮ। ਉਹ ਇੱਕ ਕਿਤੇ ਨਾ ਕਿਤੇ ਮੇਬੀ ਸਿਆਸੀ ਲਾਹੇ ਦੇ ਪਾਸੇ ਦੇਖਿਆ ਜਾਂਦਾ। ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਬਾਰਡਰ ਏਰੀਆ ਸਾਰਾ ਪੰਜਾਬ ਦਾ, ਉੱਥੇ ਡੀਸੀ ਦਫ਼ਤਰ ਜਾਂ ਹੋਰ ਦਫ਼ਤਰਾਂ ਦੇ ਵਿੱਚ ਬਹੁਤ ਪੋਸਟਾਂ ਖਾਲੀ ਨੇ, ਬਹੁਤ ਲੰਬੇ ਸਿਰ ਤੋਂ ਖਾਲੀ ਚੱਲੀ ਆ ਰਹੀਆਂ। ਉਹਦੇ ਪ੍ਰਤੀ ਤੁਸੀਂ ਉਹ ਸਰਕਾਰ ਨੂੰ ਕੋਈ ਸਿਫਾਰਿਸ਼ ਨਹੀਂ ਭੇਜਦੇ? ਨਹੀਂ, ਬੋਰਡ ਗਵਰਨਮੈਂਟ ਨੂੰ ਐਜ਼ ਇਟ ਇਜ਼ ਰਿਕਮੈਂਡੇਸ਼ਨ ਨਹੀਂ ਭੇਜ ਸਕਦਾ, ਕਿਉਂਕਿ ਬੋਰਡ ਦਾ ਬੇਸਿਕਲੀ ਇੱਕ ਸਮਝੋ ਵੀ ਇਹ ਰਿਕਰੂਟਮੈਂਟ ਏਜੰਸੀ ਆ, ਇੰਡੀਪੈਂਡੈਂਟ ਬੋਡੀ ਆ, ਬਟ ਰਿਕਰੂਟਮੈਂਟ ਏਜੰਸੀ ਆ। ਸਾਡਾ ਕੰਮ ਰਿਕਰੂਟ ਕਰਨ ਤੱਕ ਹੀ ਆ। ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਇੰਨੀਆਂ ਪੋਸਟਾਂ ਭੇਜੋ। ਇਟ ਇਜ਼ ਫॉर ਦੀ ਗਵਰਨਮੈਂਟ। ਸਰਕਾਰ ਫੈਸਲਾ ਕਰਦੀ ਹੈ। ਦੇਖੋ, ਮੈਂ ਦੱਸਿਆ ਗਰੁੱਪ ਸੀ ਆ ਫॉर ਐਗਜ਼ਾਮਪਲ, ਉਹ ਗਰੁੱਪ ਸੀ ਸਾਡੇ ਐਸਐਸ ਬੋਰਡ ਕੋਲ ਹੈ। ਗਰੁੱਪ ਸੀ ਕੀ ਆ? ਗਰੁੱਪ ਸੀ ਦਾ ਮਤਲਬ ਇਹ ਹੈ ਕਿ 2009 'ਚ ਜਿਹਨਾਂ ਪੋਸਟਾਂ ਦਾ ਪੇ ਗ੍ਰੇਡ 1900 ਤੋਂ 3799 ਸੀ, ਉਹ ਗਰੁੱਪ ਸੀ 'ਚ ਆਉਂਦੀਆਂ ਨੇ।
ਉਹਦੇ ਵਿੱਚ ਬੇਸ਼ੁਮਾਰ ਡਰਾਈਵਰਸ ਨੇ, ਕਲਰਕਸ ਨੇ, ਸਟੈਨੋਸ ਨੇ, ਮੈਂ ਦੱਸਿਆ ਫਿਸ਼ਰੀ ਆਫੀਸਰਸ ਨੇ, ਐਨੀਮਲ ਹਸਬੈਂਡਰੀ ਦੇ ਵੈਟਰਨਰੀ ਇੰਸਪੈਕਟਰਸ ਨੇ, ਇਹ ਸਾਰੇ ਗਰੁੱਪ ਸੀ ਜਾਂਦੇ ਨੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੋਸਟਾਂ ਐਸੀਆਂ ਵੀ ਨੇ ਜਿਹੜੀਆਂ ਪਬਲਿਕ ਸਰਵਿਸ ਕਮਿਸ਼ਨ ਕੋਲ ਵੀ ਜਾਂਦੀਆਂ ਨੇ, ਬਹੁਤ ਸਾਰੀਆਂ ਪੋਸਟਾਂ ਐਸੀਆਂ ਨੇ ਜਿਹੜੀਆਂ ਐਜੂਕੇਸ਼ਨ ਡਿਪਾਰਟਮੈਂਟ ਕੋਲ ਜਾਂਦੀਆਂ ਨੇ। ਸੋ ਕਹਿਣ ਤੋਂ ਬਾਅਦ ਵੀ ਇਹ ਡਿਫਰੈਂਟ ਰਿਕਰੂਟਮੈਂਟ ਬੋਡੀਜ਼ ਨੇ। ਸਾਡੀ ਜਿਹੜੀ ਬੋਡੀ ਆ, ਅਸੀਂ ਉੱਥੋਂ ਤੱਕ ਹੀ ਸਾਡੀਆਂ ਲਿਮਿਟੇਸ਼ਨਸ ਨੇ ਕਿ ਜਿਹੜੀ ਰਿਕਵੀਜ਼ੀਸ਼ਨ ਸਾਡੇ ਕੋਲ ਆਊਗੀ ਅਸੀਂ ਉਹ ਰਿਕਰੂਟ ਕਰਕੇ ਅੱਗੇ ਸਰਕਾਰ ਨੂੰ ਭੇਜਣੀ ਆ। ਤਾਂ ਬੋਰਡ ਦਾ ਕੁਝ ਇਸ ਤਰ੍ਹਾਂ ਦਾ ਨੀਤੀ, ਬੋਰਡ ਦੀ ਆਦੀ ਨੀਤੀ ਕੋਈ ਨਹੀਂ ਗੀ? ਨਹੀਂ, ਬੋਰਡ ਖੁਦ ਸਰਕਾਰ ਨੂੰ ਨਹੀਂ ਕਹਿ ਸਕਦਾ ਕਿ ਆ ਕਿੰਨੀਆਂ ਪੋਸਟਾਂ ਨੇ ਤੁਸੀਂ ਸਾਨੂੰ ਭੇਜੋ। ਬੋਰਡ ਦੀ ਇੱਕ ਰਿਕਰੂਟ ਕਰਨ ਦੀ ਇੱਕ ਨੀਤੀ ਤਾਂ ਹੋਏਗੀ, ਜਿਵੇਂ ਕਿ ਸਟਾਫ ਸਿਲੈਕਸ਼ਨ ਦੀ ਗੱਲ ਕਰੀਏ। ਬਿਲਕੁਲ ਬਿਲਕੁਲ। ਉਹਦੇ 'ਚ ਇਹ ਹੈ ਕਿ ਹੁਣ ਇਹ 'ਚ ਆਪਾਂ ਦੇਖਿਆ ਜਾ ਰਿਹਾ ਕਿ ਜਦੋਂ ਵੀ ਆਪਾਂ ਨਵੀਂ ਪੋਸਟ ਭਰਨੀ ਹੁੰਦੀ ਹੈ ਉਹਦੇ ਲਈ ਟੈਸਟ ਹੁੰਦਾ ਹੈ, ਫੀਸ ਬਣੀ ਜਾਂਦੀ ਹੈ, ਫਿਰ ਆਪਾਂ ਹਰ ਪੋਸਟ ਲਈ ਨਵੀਂ ਉਹ ਕਰਦੇ ਹਾਂ ਪ੍ਰਕਿਰਿਆ। ਸਟਾਫ ਸਿਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਜਾਂ ਬੋਰਡ ਗੱਲ ਕਰੀਏ, ਜਿਹੜਾ ਸੈਂਟਰ ਦਾ ਉਹਦਾ ਹੁੰਦਾ ਇੱਕ ਵਾਰੀ ਟੈਸਟ ਹੋ ਜਾਂਦਾ, ਉਹਦੀ ਮੈਟ ਬਣ ਜਾਂਦੀ ਹੈ। ਮੈਟ ਤੋਂ ਬਾਅਦ ਉਹ ਜਿਹੜੇ ਡਿਪਾਰਟਮੈਂਟ ਜਿਹੜੇ ਮੈਟ ਦੇ ਹਿਸਾਬ ਨਾਲ ਜਿਹੜੇ ਡਿਪਾਰਟਮੈਂਟ ਨੂੰ ਜਿਸ ਪੱਧਰ ਦੇ ਯੋਗ ਅਸਾਮੀਆਂ ਦੀ ਯਾਨੀ ਉਮੀਦਵਾਰਾਂ ਦੀ ਲੋੜ ਤੇ ਦੇ ਦਿੰਦੇ ਆ। ਇਸ ਤਰ੍ਹਾਂ ਆਪਣੇ ਨਹੀਂ ਹੋ ਸਕਦਾ। ਬਿਲਕੁਲ, ਇਹ ਦਿਸ ਇਜ਼ ਅ ਕਨਸੈਪਟ ਅੱਛਾ ਜਿਹੜਾ ਤੁਸੀਂ ਕਹਿ ਰਹੇ ਹੋ, ਬਟ ਸਾਡੇ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਇਹਦੇ ਨਾਲ ਨਾ ਹਰ ਵਾਰੀ ਇੱਕ ਤਾਂ ਬੇਰੁਜ਼ਗਾਰ ਹੈ, ਇੱਕ ਨੂੰ ਹਰ ਵਾਰੀ ਫੀਸ ਦੇਣੀ ਪੈਂਦੀ ਹੈ, ਪ੍ਰਕਿਰਿਆ 'ਚ ਗੁਜ਼ਰਨਾ ਪੈਂਦਾ, ਹਰ ਵਾਰੀ ਤਿਆਰੀ ਕਰਨੀ ਪੈਂਦੀ ਹੈ। ਇੱਕ ਵਾਰੀ ਮੈਟ ਬਣ ਜੇ ਤਾਂ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਉਹ ਉਦੋਂ ਬਾਅਦ ਦੇ ਦਿੱਤਾ ਜਾਂਦਾ। ਲਵਰੀਤ ਜੀ, ਦਿਸ ਇਜ਼ ਅ ਵੈਰੀ ਗੁੱਡ ਆਈਡੀਆ ਜਿਹੜਾ ਤੁਸੀਂ ਦੇ ਰਹੇ ਹੋ, ਔਰ ਅਲਟੀਮੇਟਲੀ ਕਿਸੇ ਵਕਤ ਇਹ ਸਾਨੂੰ ਇਸ ਤੱਕ ਜਾਣਾ ਪਊਗਾ, ਬਣਾਉਣਾ ਪਏਗਾ। ਬਟ ਇਸ ਵਕਤ ਕੀ ਹੋ ਰਿਹਾ ਕਿ ਰਿਕਵੀਜ਼ੀਸ਼ਨ ਆਉਂਦੀ ਹੈ ਵੱਖਰੀ। ਫੋਰ ਐਗਜ਼ਾਮਪਲ ਇੱਕ ਡਿਪਾਰਟਮੈਂਟ ਆ, ਮੈਂ ਉਦਾਹਰਨ ਦਿੰਦਾ, ਫਿਸ਼ਰੀ ਆ, ਉਹਨਾਂ ਦੀ ਜਿਹੜੀ ਟਰਮਸ ਐਂਡ ਕੁਆਲੀਫਿਕੇਸ਼ਨਸ ਹੋਣਗੀਆਂ ਉਹ ਡਿਫਰੈਂਟ ਹੋਣਗੀਆਂ ਔਰ ਸਿਮਿਲਰਲੀ ਫਿਰ ਆ ਜਾਊਗਾ ਵੈਟਰਨਰੀ ਦਾ, ਉਹਦੀ ਡਿਫਰੈਂਟ ਹੋਊਗੀ। ਕਲਰਕ ਦੇ ਵਿੱਚ ਟਾਈਪ ਟੈਸਟ ਜ਼ਰੂਰੀ ਹੋਊਗਾ। ਸੋ ਇਸ ਕਰਕੇ ਸਾਨੂੰ ਡਿਫਰੈਂਟ ਟੈਸਟ ਲੈਣੇ ਪੈਂਦੇ ਨੇ। ਪਰ ਜਿੱਦਾਂ ਤੁਸੀਂ ਦੱਸਿਆ, ਅਸੀਂ ਟਰਾਈ ਕਰ ਰਹੇ ਹਾਂ। ਅਸੀਂ ਉਹਨੂੰ ਇੱਕ ਐਡ ਦਿੱਤੀ ਹੈ ਜਿਹਦੇ ਵਿੱਚ ਅਸੀਂ ਐਕਸਾਈਜ਼ ਇੰਸਪੈਕਟਰਸ ਔਰ ਡਿਸਟ੍ਰਿਕਟ ਇੰਡਸਟਰੀਜ਼ ਆਫਿਸਰ ਬਲਾਕ ਲੈਵਲ 'ਤੇ ਇਹ ਅਸੀਂ ਇਕੱਠੀ ਕਰ ਰਹੇ ਹਾਂ। ਅੱਛਾ ਜੀ। ਹਾਂ, ਇਹ ਅਸੀਂ ਇਕੱਠੀ ਕਰ ਰਹੇ ਹਾਂ, ਇਕੱਠਾ ਟੈਸਟ ਹੋਵੇਗਾ ਔਰ ਉਹਦੀ ਮੈਰਿਟ ਦੇ ਮੁਤਾਬਕ ਔਰ ਉਹਦੇ ਪ੍ਰੈਫਰੈਂਸਿਸ ਦੇ ਮੁਤਾਬਕ ਉਹ ਮਹਿਕਮੇ 'ਚ ਕੈਂਡੀਡੇਟ ਜਿਹੜੇ ਨੇ ਚਲੇ ਜਾਣਗੇ। ਅਲਟੀਮੇਟਲੀ ਜਿੱਥੇ ਕੁਆਲੀਫਿਕੇਸ਼ਨ ਇੱਕ ਹੋਏਗੀ ਔਰ ਉੱਥੇ ਵੱਖਰੇ ਮਹਿਕਮਿਆਂ ਦੇ ਵਿੱਚੋਂ ਆ ਜਾਏਗੀ, ਤੇ ਮੈਂ ਸਮਝਦਾ ਵੀ ਜੇ ਉਹ ਇਕੱਠਾ ਵੀ ਕਰਾ ਲਿਆ ਜਾਵੇ ਤੇ ਉਹ ਫਾਇਦੇਮੰਦ ਹੀ ਰਹੂਗਾ। ਦੇਖੋ, ਰੁਜ਼ਗਾਰ ਦੇ ਲੋੜਵੰਦ ਨੇ, ਉਹਨਾਂ ਦੀ ਟੈਨਸ਼ਨ ਵੀ ਘਟੂਗੀ, ਸਰਕਾਰ ਦੀ ਵੀ ਟੈਨਸ਼ਨ ਘਟੂਗੀ। ਹਰ ਵਾਰੀ ਪ੍ਰਕਿਰਿਆ ਹੁੰਦੀ ਹੈ, ਕਿੰਨਾ ਖਰਚਾ ਹੁੰਦਾ, ਕਿੰਨਾ ਵਿਭਾਗ ਲੱਗਦੇ ਨੇ ਸਾਰੇ, ਉਸ ਤਰ੍ਹਾਂ ਹੁੰਦਾ। ਇੱਕ ਮੈਨੂੰ ਹੋਰ ਗੱਲ ਦੱਸੋ, ਤੁਸੀਂ ਬੋਰਡ ਦੇ ਹੋਰ ਵੀ ਅਲੱਗ-ਅਲੱਗ ਵਿਭਾਗਾਂ ਦੇ ਅਲੱਗ-ਅਲੱਗ ਬੋਰਡ ਨੇ, ਕਾਰਪੋਰੇਟ, ਉਹ ਡਾਇਰੈਕਟ ਭਰਤੀ ਕਰਦੇ ਨੇ, ਕੀ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਤੁਹਾਡੇ ਨਾਲ ਹੀ ਅਟੈਚ ਹੋ ਜਾਣ? ਹੁਣ ਡਾਇਰੈਕਟ ਭਰਤੀ ਇਸ ਗਵਰਨਮੈਂਟ ਨੇ ਬਹੁਤ ਸੰਭਾਵਨਾਵਾਂ, ਪਾਰਦਰਸ਼ਤਾ ਦੇ ਵਿੱਚ ਸਵਾਲ ਖੜੇ ਹੁੰਦੇ ਨੇ। ਇਸ ਗਵਰਨਮੈਂਟ ਨੇ ਬਹੁਤ ਕੋਸ਼ਿਸ਼ ਕੀਤੀ ਆ, ਉਹ ਡਿਪਾਰਟਮੈਂਟਲ ਰਿਕਰੂਟਮੈਂਟਸ ਨਹੀਂ ਕਰ ਰਹੇ, ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਗਵਰਨਮੈਂਟ ਆਲਮੋਸਟ ਜਿਹੜੀ ਰਿਕਰੂਟਮੈਂਟ ਉਹ ਕਰ ਰਹੇ ਨੇ ਜੀ, ਉਹ ਐਸਐਸ ਬੋਰਡ ਦੇ ਥਰੂ ਕਰ ਰਹੇ ਨੇ ਜਾਂ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਕਰ ਰਹੇ ਨੇ ਜੀ। ਇਹਨਾਂ ਨੇ ਬੋਰਡ ਦੇ ਪ੍ਰੀਵਿਊ 'ਚੋਂ ਕੋਈ ਪੋਸਟਾਂ ਬਾਹਰ ਕੱਢੀਆਂ ਨਹੀਂ ਜਿੱਥੇ ਉਹ ਆਪ ਕਰ ਸਕਣ। ਸੋ ਇਸ ਕਰਕੇ ਬੋਰਡ ਨੂੰ ਹੀ ਸਾਰੀਆਂ ਜਿਹੜੀਆਂ ਰਿਕਰੂਟਮੈਂਟਸ ਨੇ ਆ ਰਹੀਆਂ ਨੇ। ਬਟ ਜਿੱਥੇ ਫੋਰ ਐਗਜ਼ਾਮਪਲ ਐਜੂਕੇਸ਼ਨ ਬੋਰਡ ਆ, ਤੇ ਉਹਨਾਂ ਦਾ ਆਲਰੇਡੀ ਰਿਕਰੂਟਮੈਂਟ ਬੋਰਡ ਬਣਿਆ, ਟੀਚਰਸ ਦਾ, ਪੰਜਾਬ ਪੁਲਿਸ ਦਾ ਬਣਿਆ, ਉਹ ਕਰ ਰਹੇ ਨੇ। ਬਟ ਉੱਥੇ ਵੀ ਪ੍ਰੋਸੈਸ ਉਹੀ ਰਿਟਨ ਟੈਸਟ ਦਾ ਔਰ ਟਰਾਂਸਪੇਰੈਂਸੀ ਔਰ ਮੈਰਿਟ ਜਿਹੜੀ ਆ ਉਹ ਪ੍ਰਵੇਲ ਕਰ ਰਹੀ ਹੈ। ਪ੍ਰਾਈਵੇਟ ਏਜੰਸੀਆਂ ਨੂੰ ਕਈ ਦਿੱਤੇ ਹੋਏ ਨੇ ਕਈ ਬੋਰਡ ਦੇ। ਬਿਲਕੁਲ, ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਗੜਬੜ ਨਜ਼ਰ ਆਉਂਦੀ ਹੈ ਹਰ ਜਗ੍ਹਾ। ਬਹੁਤ ਵਧੀਆ ਕੁਐਸਚਨ ਹੈ ਅਲਵੇਰ ਜੀ ਤੁਹਾਡਾ। ਬਟ ਇੱਕ ਗੱਲ ਹੈ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਐਸਐਸ ਬੋਰਡ ਨੇ, ਜਦੋਂ ਤੱਕ ਕਾਂਗਰਸ ਗਵਰਨਮੈਂਟ ਨੇ ਬੋਰਡ ਕਨਸਟੀਟਿਊਟ ਕੀਤਾ, ਅਸੀਂ ਇੱਕ ਵੀ ਏਜੰਸੀ ਜਿਹੜੀ ਆ ਪ੍ਰਾਈਵੇਟ ਹਾਇਰ ਨਹੀਂ ਕੀਤੀ। ਸਾਰੀਆਂ ਏਜੰਸੀਆਂ ਜਾਂ ਤਾਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਜਾਂ ਪੰਜਾਬ ਗਵਰਨਮੈਂਟ ਦੀਆਂ ਨੇ। ਫੋਰ ਐਗਜ਼ਾਮਪਲ ਨਿਟਰ ਹੈ, ਨਾਇਲਟ ਹੈ। ਸੋ ਇਹ ਉਹ ਏਜੰਸੀਆਂ ਨੇ ਜਿਹਦੀ ਆਪਣੀ ਇੱਕ ਕ੍ਰੈਡੀਬਿਲਿਟੀ ਆ। ਸੋ ਇਸ ਕਰਕੇ ਮੈਂ ਇੱਕ ਹੋਰ ਵੀ ਆਪਣੇ ਦਰਸ਼ਕਾਂ ਨੂੰ ਵੀ ਔਰ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਐਸਐਸ ਬੋਰਡ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ। ਇਹਦੇ ਵਿੱਚ ਅਸੀਂ ਦੋ ਚੀਜ਼ਾਂ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਂਡੇਟ ਵੀ ਸੀ ਔਰ ਉਹਨਾਂ ਦਾ ਇਹ ਪੂਰਾ ਵਿਸ਼ਵਾਸ ਹੈ ਕਿ ਨੌਜਵਾਨ ਨੂੰ ਸਿਸਟਮ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ, ਔਰ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਬੜੀ ਕਲੀਅਰ ਇੰਸਟਰਕਸ਼ਨਸ ਇਹ ਦਿੱਤੀਆਂ ਸੀਗੀਆਂ ਕਿ ਟਰਾਂਸਪੇਰੈਂਸੀ ਔਰ ਮੈਰਿਟ ਇਹ ਪ੍ਰਵੇਲ ਹੋਵੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਰਿਟਨ ਟੈਸਟ ਕਰਵਾਉਂਦੇ ਹਾਂ, ਉਹਦੇ ਵਿੱਚ ਤਾਂ ਕਈ ਵਾਰੀ ਹੋ ਜਾਂਦਾ ਸੀਗਾ ਵੀ ਇੱਕ ਕੈਂਡੀਡੇਟ ਉਹਦੀ ਜਗ੍ਹਾ ਦੂਸਰਾ ਕੈਂਡੀਡੇਟ ਬੈਠ ਜਾਂਦਾ ਸੀਗਾ। ਤੁਹਾਨੂੰ ਯਾਦ ਹੋਏਗਾ ਕਈ ਵਾਰੀ ਆਈ ਕਾਰਡ ਦੇ ਵਿੱਚ ਫੋਟੋ ਸੀ ਟਰਬਨ ਦੇ ਨਾਲ ਕਰ ਲੈਣੀ ਔਰ ਬਾਅਦ ਦੇ ਵਿੱਚ ਬਦਲ ਲੈਣੀ। ਮੈਂ ਵੀ ਕੈਡ ਕਰਦਾ ਥੋੜਾ ਜਿਹਾ। ਹੁਣ ਇਸੇ ਭਰਤੀ ਦੇ ਵਿੱਚ ਹਰਿਆਣਾ ਸਰਕਾਰ ਇੱਕ ਵਾਰੀ ਸਵਾਲਾਂ ਦੇ ਘੇਰੇ 'ਚ ਆ ਗਈ ਸੀਗੀ,
ਹੁਣ ਪਾਰਦਰਸ਼ਤਾ ਨੂੰ ਥੋੜਾ ਜਿਹਾ ਜ਼ਿਆਦਾ ਆਪਣ ਦੀ ਲੋੜ ਔਰ ਕਰਨਾ ਵੀ ਚਾਹੀਦਾ। ਔਰ ਉਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਅਸੀਂ ਬਾਇਓਮੈਟ੍ਰਿਕ ਟੈਸਟ ਜਿਹੜਾ ਉਹ ਕੰਪਲਸਰੀ ਕਰਦਾ 3 ਸਟੇਜਾਂ ਤੇ। ਅੱਛਾ ਜੀ। ਬਾਇਓਮੈਟ੍ਰਿਕ ਟੈਸਟ ਇਹ ਆ ਵੀ ਤੁਸੀਂ ਉਹਦਾ ਥੰਬ ਇੰਪ੍ਰੈਸ਼ਨ ਕੈਂਡੀਡੇਟ ਦਾ ਲੈਂਦੇ ਹੋ ਐਟ ਦੀ ਟਾਈਮ ਆਫ ਰਿਟਨ ਟੈਸਟ ਜਿਸ ਵਕਤ ਹੋਣਾ। ਦੂਸਰਾ ਉਹਦਾ ਬਾਇਓਮੈਟ੍ਰਿਕ ਹੋਏਗਾ ਜਿਸ ਵੇਲੇ ਕਾਉਂਸਲਿੰਗ ਲਈ ਉਹਨੇ ਆਉਣਾ ਆਪਣੇ ਡਾਕੂਮੈਂਟ ਦਿਖਾਉਣ। ਔਰ ਤੀਸਰਾ ਬਾਇਓਮੈਟ੍ਰਿਕ ਉੱਥੇ ਹੋਏਗਾ ਜਿੱਥੇ ਉਹਨੇ ਜੁਆਇਨ ਕਰਨਾ। ਸੋ ਇਹਦਾ ਮਤਲਬ ਵੀ ਜਿਹੜਾ ਕੈਂਡੀਡੇਟ ਪੇਪਰ ਦਊਗਾ ਉਹੀ ਕੈਂਡੀਡੇਟ ਕਾਉਂਸਲਿੰਗ 'ਚ ਆਏਗਾ, ਉਹੀ ਕੈਂਡੀਡੇਟ ਅਲਟੀਮੇਟਲੀ ਜੁਆਇਨ ਕਰੇਗਾ। ਸੋ ਉਹਦੇ ਵਿੱਚ ਹੁਣ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰ ਸਕਦੇ ਵੀ ਤੁਹਾਡੀ ਜਗ੍ਹਾ ਕੋਈ ਹੋਰ ਬੰਦਾ ਬੈਠ ਕੇ ਤੇ ਪੇਪਰ ਦੇ ਲਵੇ। ਦੂਸਰੀ ਗੱਲ, ਅਸੀਂ ਇਹ ਬਹੁਤ ਉਹਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਵਿੱਚ ਅਸੀਂ ਇਸ ਤੋਂ ਇਲਾਵਾ ਹੋਮ ਮਿਨਿਸਟਰੀ ਤੋਂ ਅਸੀਂ ਉਹਦੇ ਲਈ ਬਕਾਇਦਾ ਮਸ਼ੀਨਾਂ ਜਿਹੜੀਆਂ ਨੇ ਫਿਕਸ ਕਰਦੇ ਆ ਜਿਹਦੇ ਵਿੱਚ ਤੁਸੀਂ ਕੋਈ ਵੀ ਇਕਵਿਪਮੈਂਟ ਜਿਹੜੀ ਆ ਉਹ ਅੰਦਰ ਨਹੀਂ ਜਾ ਸਕਦੀ। ਔਰ ਉਹਦੇ ਨਾਲ ਤੁਸੀਂ ਕਈ ਵਾਰੀ ਤੁਸੀਂ ਦੇਖਦੇ ਹੋ ਵੀ ਰਿੰਗਸ ਦੇ ਵਿੱਚ ਜਾਂ ਈਅਰਿੰਗਸ ਦੇ ਵਿੱਚ ਕਈ ਵਾਰੀ ਕੋਈ ਇਹੋ ਜਿਹੀ ਇਕਵਿਪਮੈਂਟ ਜਿਹੜੀਆਂ ਚਲੇ ਜਾਂਦੀਆਂ ਸੀਗੀਆਂ ਗੈਜਟ ਇਲੈਕਟ੍ਰੋਨਿਕ ਗੈਜਟਸ ਉਹ ਬਿਲਕੁਲ ਸਾਰੇ ਕੋਈ ਐਸਾ ਸਿਸਟਮ ਨਹੀਂ। ਔਰ ਹਰ ਸੈਂਟਰ ਦੇ ਵਿੱਚ ਉਹ ਇਕਵਿਪਮੈਂਟ ਐਸੀ ਲੱਗ ਜਾਂਦੀ ਆ ਉਹਦੇ ਨਾਲ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਚੱਲ ਸਕਦੀਆਂ। ਥਰਡਲੀ ਅਸੀਂ ਵੀਡੀਓਗ੍ਰਾਫੀ ਉਹ ਅਸੀਂ ਪੂਰੀ ਕਰਦੇ ਆ। ਔਰ ਇਸ ਤੋਂ ਇਲਾਵਾ ਤੁਸੀਂ ਹੈਰਾਨ ਹੋਵੋਗੇ ਜਿਸ ਵਕਤ ਪੇਪਰ ਹੁੰਦਾ ਔਰ ਜਿਸ ਵਕਤ ਪੇਪਰ ਖਤਮ ਹੋ ਰਿਹਾ ਉਸੇ ਵਕਤ ਜਿਹੜੀ ਉਹਦੇ ਟਰਾਂਸਪੋਰਟੇਸ਼ਨ ਹੈ ਉਹ ਵੀ ATM ਵੈਨਸ ਦੇ ਵਿੱਚ ਉਹਦੇ ਨਾਲ GPS ਹੈ। ਔਰ ਉਹ ਬਕਾਇਦਾ ਜਿੱਥੇ ਉਹਦਾ ਰੂਟ ਹੋਏਗਾ GPS ਦੇ ਵਿੱਚ ਉਹ ਪੂਰਾ ਪਤਾ ਲੱਗੂਗਾ ਕਿੰਨੀ ਵਾਰੀ ਦਰਵਾਜ਼ਾ ਖੁੱਲਿਆ ਕਿੰਨੀ ਵਾਰੀ ਬੰਦ ਹੋਇਆ। ਔਰ ਉਹ ਜਿਹੜੀ OMRs ਨੇ ਉਹ ਸੈਂਟਰ ਤੇ ਜਾਣ ਤੋਂ ਬਾਅਦ ਇਮੀਡੀਏਟਲੀ ਉਹਦੀ ਸਕੈਨਿੰਗ ਸ਼ੁਰੂ ਹੋ ਜਾਂਦੀ ਹੈ। ਔਰ ਸਕੈਨਿੰਗ ਸ਼ੁਰੂ ਹੋਣ ਤੋਂ ਬਾਅਦ ਨੈਕਸਟ ਡੇ ਉਹ ਕੈਂਡੀਡੇਟ ਦੇ ਵੈਬਸਾਈਟ ਦੇ ਉੱਪਰ ਆ ਜਾਂਦੀ ਆ। ਸੋ ਕੈਂਡੀਡੇਟ ਨੂੰ ਖੁਦ ਪਤਾ ਲੱਗ ਜਾਂਦਾ ਹੈ ਕਿ ਉਹਨੇ ਕੀ ਅਟੈਂਪਟ ਕੀਤਾ। ਉਹ ਆਪਣੇ ਨੰਬਰ ਆਪ ਲਾ ਸਕਦਾ। ਔਰ ਉਸ ਵਕਤ ਜਿਸ ਵਕਤ ਉਹ ਕੈਂਡੀਡੇਟ ਦੇਖਦਾ ਕਿ ਮੇਰੇ ਮੰਨ ਲਓ 60 ਨੰਬਰ ਬਣਦੇ ਨੇ ਔਰ ਉਹਦੇ 58 ਆਉਂਦੇ ਨੇ, ਫਿਰ ਉਹਨੂੰ ਰਾਈਟ ਹੈਗਾ ਆਬਜੈਕਸ਼ਨਸ ਫਾਈਲ ਕਰਨ ਦਾ। ਉਹ ਆਬਜੈਕਸ਼ਨ ਫਾਈਲ ਕਰਦਾ, ਕਮੇਟੀ ਬਣ ਜਾਂਦੀ ਆ, ਉਸ ਆਬਜੈਕਸ਼ਨਸ ਨੂੰ ਡਿਸਾਈਡ ਕਰਦੀ ਆ। ਡਿਸਾਈਡ ਕਰਨ ਤੋਂ ਬਾਅਦ ਉਹ ਜਿਹੜਾ ਰਿਜ਼ਲਟ ਆ ਉਹ ਆਨਸਰ ਕੀ ਦੇ ਨਾਲ ਅਮੈਂਡਡ ਆਨਸਰ ਕੀ ਦੇ ਨਾਲ ਉਹ ਆ ਜਾਂਦਾ। ਔਰ ਇੱਕ ਦੇ 'ਚ ਖੂਬਸੂਰਤੀ ਇਹ ਆ ਕਿ SS ਬੋਰਡ ਨੂੰ ਵੀ ਰਿਜ਼ਲਟ ਉਦੋਂ ਪਤਾ ਲੱਗਦਾ ਜਿਸ ਵਕਤ ਕੈਂਡੀਡੇਟ ਨੂੰ ਪਤਾ ਲੱਗਦਾ। ਕਈ ਵਾਰੀ ਹਾਰਡ ਕਾਪੀ ਪਹਿਲਾਂ ਆ ਜਾਂਦੀ ਸੀਗੀ, ਉਹ ਵੀ ਸਿਸਟਮ ਹੁਣ ਬੰਦ ਆ। ਇਸ ਕਰਕੇ ਰਿਜ਼ਲਟ ਉਦੋਂ ਹੀ SS ਬੋਰਡ ਨੂੰ ਪਤਾ ਲੱਗਣਾ ਜਦੋਂ ਕੈਂਡੀਡੇਟ ਨੂੰ ਪਤਾ ਲੱਗਣਾ। ਸੋ ਇਹ ਸਾਰੀਆਂ ਚੀਜ਼ਾਂ ਟਰਾਂਸਪੇਰੈਂਸੀ ਲਈ ਔਰ ਮੈਰਿਟ ਲਈ ਇਹ ਸਾਰੀਆਂ ਕੀਤੀਆਂ ਨੇ। ਔਰ ਇਹਦੇ ਹੈ ਵੀ ਬਿਲਕੁਲ ਠੀਕ ਆ। ਉਹਦਾ ਕਾਰਨ ਇਹ ਆ ਕਿ ਸਾਡੀ ਯੂਥ ਦੇ ਵਿੱਚ ਨਾਉਮੀਦੀ ਆ, ਫਰਸਟ੍ਰੇਸ਼ਨ ਵੀ ਆ। ਉਹਨਾਂ ਦਾ ਸਿਸਟਮ ਦੇ ਉੱਪਰ ਵਿਸ਼ਵਾਸ ਉੱਡ ਗਿਆ ਸੀ ਔਰ ਉਸ ਵਿਸ਼ਵਾਸ ਨੂੰ ਬਹਾਲ ਕਰਨ ਵਾਸਤੇ ਇਹ ਸਾਰੇ ਕਦਮ ਜਿਹੜੇ ਉਠਾਣੇ ਨੇ ਬਹੁਤ ਜ਼ਰੂਰੀ ਆ। ਔਰ ਜਿਹਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ। ਔਰ ਮੈਰਿਟ ਹਮੇਸ਼ਾ ਪ੍ਰਵੇਲ ਕਰੇਗੀ ਤਾਂ ਫਿਰ ਕਿਸੇ ਨੂੰ ਕੋਈ ਇਹੋ ਜਿਹੀ ਉਹਦੇ ਮਨ ਦੇ ਵਿੱਚ ਗੱਲ ਨਹੀਂ ਆਊਗੀ। ਲੋਕ ਪੜ੍ਹਨਗੇ ਵੀ, ਮਿਹਨਤ ਵੀ ਕਰਨਗੇ ਔਰ ਕੰਪੀਟੀਸ਼ਨ ਦੇ ਵਿੱਚ ਆਉਣਗੇ। ਪਾਰਦਰਸ਼ਤਾ ਦੀ ਤੁਸੀਂ ਤਾਂ ਗੱਲ ਕੀਤੀ, ਪਰ ਇੱਕ ਜਿਹੜੀ ਪ੍ਰਕਿਰਿਆ ਹੈ ਚੋਣ ਦੀ ਪ੍ਰਕਿਰਿਆ, ਜਿਵੇਂ ਮੈਂ ਤੁਸੀਂ ਸ਼ੁਰੂਆਤੀ ਦੌਰ 'ਚ ਮੈਂ ਤੁਹਾਨੂੰ ਕੁਐਸਚਨ ਕੀਤਾ ਸੀ, ਖੈਰ ਤੁਸੀਂ ਉਹਦਾ ਜਵਾਬ ਉਸ ਤਰ੍ਹਾਂ ਨਹੀਂ ਦਿੱਤਾ। ਸਰਕਾਰਾਂ ਐਂਡ ਤੇ ਆ ਕੇ ਸਾਰੀ ਭਰਤੀ ਕਰਦੀਆਂ ਨੇ, ਕੀ ਉਹ ਸਟਾਰਟਿੰਗ ਦੇ ਵਿੱਚ ਸਾਲ ਦਰ ਸਾਲ ਹੁੰਦੀ ਰਹੇ? ਆਪਾਂ ਕੋਲ ਸਾਰੇ ਵੇਰਵੇ ਹੁੰਦੇ ਨੇ। ਦੇਖੋ ਮੈਂ ਇਸ ਗੱਲੋਂ ਬਹੁਤ ਕਲੀਅਰ ਹਾਂ, ਮੈਂ ਕਿਹਾ ਵੀ ਆ ਕਿ ਸਾਨੂੰ ਡੇ 1 ਤੋਂ ਹੀ ਇਹ ਪ੍ਰੋਸੈਸ ਕੰਟੀਨਿਊ ਕਰਨਾ ਚਾਹੀਦਾ। ਪਰ ਤੁਹਾਨੂੰ ਮੈਂ ਦੱਸਿਆ ਵੀ ਪੰਜਾਬ ਗਵਰਨਮੈਂਟ ਦੀਆਂ 2-3 ਮੁਸ਼ਕਿਲਾਂ ਆ ਗਈਆਂ। ਕੋਵਿਡ ਆ ਗਿਆ, ਉਹਦੇ ਵਿੱਚ 1 ਸਾਲ ਸਾਡਾ ਡਿਲੇ ਹੋ ਗਿਆ, ਅਦਰਵਾਈਜ਼ ਪਿਛਲੇ ਸਾਲ ਵੀ ਬਹੁਤ ਸਾਰੀ ਭਰਤੀ ਹੋ ਜਾਣੀ ਸੀਗੀ। ਉਸ ਤੋਂ ਇਲਾਵਾ 2-3 ਐਸੀਆਂ ਅਮੈਂਡਮੈਂਟਸ ਆਈਆਂ ਜਿਹਦੇ ਵਿੱਚ ਵੂਮਨ ਦਾ ਤੁਹਾਨੂੰ ਮੈਂ ਦੱਸਿਆ ਰਿਜ਼ਰਵੇਸ਼ਨ ਦਾ ਆਇਆ, ਇਕਨੋਮਿਕ ਵੀਕਰ ਸੈਕਸ਼ਨ ਦਾ। ਇਸ ਕਰਕੇ ਉਹ ਪ੍ਰੋਸੈਸ ਡਿਲੇ ਹੋ ਕੇ 4ਥੇ ਸਾਲ ਦੇ ਵਿੱਚ 5ਵੇਂ ਸਾਲ ਦੇ ਵਿੱਚ ਆ ਗਿਆ। ਠੀਕ ਹੈ ਕਿ ਨਹੀਂ? ਬਟ ਇਹ 3 ਚੀਜ਼ਾਂ ਕੋਵਿਡ ਨਾ ਹੁੰਦਾ ਔਰ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਪਿਛਲੇ ਸਾਲਾਂ ਦੇ ਵਿੱਚ ਵੀ ਭਰਤੀ ਬਹੁਤ ਵੱਡੇ ਪੱਧਰ ਤੇ ਹੋ ਸਕਦੀ ਸੀ। ਚਲੋ ਹੁਣ ਤੁਸੀਂ ਦੱਸੋ, ਇੰਨਾ ਕਾ ਵੇਰਵੇ ਦੱਸ ਸਕਦੇ ਹੋ ਕੈਟਾਗਰੀ C ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਪਹਿਲੇ ਸਾਲ 'ਚ ਕਿੰਨੀਆਂ ਹੋਈਆਂ? ਮੈਂ ਤੁਹਾਨੂੰ ਆਪਣੀ ਟੈਨਿਓਰ ਦੀ ਦੱਸ ਦਿੰਦਾ। ਦੇਖੋ ਅਸੀਂ ਆਉਂਦੇ ਹੀ ਮੈਂ 1883 ਦੇ ਕਰੀਬ ਕਲਰਕ ਪਹਿਲੇ ਸਾਲ 'ਚ 2018 'ਚ 1883 ਕਲਰਕ ਕੀਤੇ, 402 ਦੇ ਕਰੀਬ ਸਟੈਨੋਜ਼ ਕੀਤੇ। ਇਸ ਤੋਂ ਇਲਾਵਾ ਐਕਸਾਈਜ਼ ਇੰਸਪੈਕਟਰਸ ਕੀਤੇ 42। ਦ ਡੇ ਆਈ ਟੁੱਕ ਓਵਰ ਮੇਰਾ ਪਹਿਲਾ ਐਗਜ਼ਾਮ 8 ਮਈ ਨੂੰ ਸੀਗਾ। 28 ਮਾਰਚ ਨੂੰ ਮੈਂ 28 ਅਪ੍ਰੈਲ ਨੂੰ ਮੈਂ ਜਦੋਂ ਜੁਆਇਨ ਕੀਤਾ ਤੇ 8 ਅਪ੍ਰੈਲ ਨੂੰ ਐਗਜ਼ਾਮ ਸੀਗਾ। ਸੋ ਅਸੀਂ ਰਾਈਟ ਫਰੋਮ ਦੀ ਡੇ ਉਹ ਕੀਤਾ। ਚਲੋ ਦੂਸਰੇ ਸਾਲ ਉਸ ਤੋਂ ਬਾਅਦ ਫਿਰ ਇਹ ਸਾਰਾ ਮੈਂ ਤਾਂ ਇਹਨਾਂ ਸਾਲਾਂ ਦਾ ਦੱਸ ਰਿਹਾ ਤੁਹਾਨੂੰ, ਕਿਉਂਕਿ ਇੱਕ ਵਾਰੀ ਰਿਟਨ ਟੈਸਟ ਹੁੰਦਾ, ਰਿਟਨ ਟੈਸਟ ਤੋਂ ਬਾਅਦ ਫਿਰ ਟਾਈਪਿੰਗ ਟੈਸਟ ਸੀਗਾ, ਫਿਰ ਉਸ ਤੋਂ ਬਾਅਦ ਉਹਦੀ ਕਾਉਂਸਲਿੰਗ। 3 ਸਟੇਜਸ ਦੇ ਉੱਪਰ ਇਹ ਜਿਹੜੀ ਪ੍ਰਕਿਰਿਆ ਪੂਰੀ ਹੁੰਦੀ ਹੈ। ਔਰ ਅਸੀਂ ਲਗਾਤਾਰ ਉਸ ਤੋਂ ਬਾਅਦ ਅਸੀਂ ਫੂਡ ਸੇਫਟੀ ਆਫਿਸਰਸ
ਪਿਛਲੇ ਸਾਲ ਦੇ ਵਿੱਚ ਲਏ ਨੇ। ਤੁਸੀਂ ਹੈਰਾਨ ਹੋਵੋਗੇ, ਕੋਵਿਡ ਦਾ ਟਾਈਮ ਆ ਗਿਆ, ਸਾਡਾ ਲਾਸਟ ਡੇ ਸੀ ਕਾਉਂਸਲਿੰਗ ਦਾ, ਔਰ ਸਾਡੇ ਸਟਾਫ ਨੇ ਆਪਣੇ ਘਰਾਂ 'ਚ ਬੈਠ ਕੇ ਉਹ ਸਾਰਾ ਕੰਮ ਕਰਕੇ ਬਾਅਦ ਦਾ ਟਾਈਮ ਜਿਸ ਵਕਤ ਕੋਵਿਡ ਦੀ ਥੋੜ੍ਹੀ ਜਿਹੀ ਰਿਲੈਕਸੇਸ਼ਨ ਮਿਲੀ ਮਈ ਦੇ ਵਿੱਚ, ਤੇ ਉਹਦਾ ਰਿਜ਼ਲਟ ਕੱਢਿਆ ਔਰ ਜਿਹੜੇ ਕੈਂਡੀਡੇਟਸ ਨੇ ਉਹ ਜੁਆਇਨ ਕੀਤੇ। ਹੁਣ ਅਸੀਂ ਅਸਿਸਟੈਂਟ ਸੁਪਰਡੈਂਟ ਜੇਲ੍ਹ ਨਹੀਂ, ਹੁਣ ਇੱਕ ਤੁਸੀਂ ਇੱਕ ਲੋੜ ਨਹੀਂ ਸਮਝਦੇ ਕੋਵਿਡ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਨੂੰ ਇਹ 'ਚ ਚੋਣ ਪ੍ਰਕਿਰਿਆ 'ਚ ਜਾਂ ਇਸ ਪ੍ਰਕਿਰਿਆ 'ਚ ਕੁਛ ਨਾ ਕੁਛ ਬਦਲਾਅ ਲਿਆਉਣੇ ਜ਼ਰੂਰੀ ਹੈ? ਜਿਵੇਂ ਕਿ ਤੁਹਾਨੂੰ ਥੋੜ੍ਹਾ ਜਿਹਾ ਮੈਂ ਐਡ ਕਰਦੇ ਹਾਂ, ਪਿਛਲੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਉਹ ਹੈ ਟੈਸਟ ਵਾਲਾ ਹੀ ਮਾਮਲਾ, ਪਰ ਇਹ ਥੋੜ੍ਹਾ ਜਿਹਾ ਵੱਖਰਾ ਹੈ। ਦਾਖਲਾ ਟੈਸਟ ਹੁੰਦੇ ਨੇ ਪੰਜਾਬ ਯੂਨੀਵਰਸਿਟੀ ਦੇ, 9 ਟੈਸਟ ਹੋਏ ਕੋਵਿਡ ਦੇ ਵਿੱਚ, ਉਹਨਾਂ ਨੇ ਟੈਸਟ ਮੰਗ ਲਏ। ਟੈਸਟ ਮੰਗਣ ਤੋਂ ਬਾਅਦ ਕੀ ਹੋਇਆ ਕਿ ਬੱਚਿਆਂ ਨੇ ਫੀਸਾਂ ਭਰਤੀਆਂ, ਉਹ ਸੈਸ਼ਨ ਹੀ ਚਲਾ ਗਿਆ, ਉਹ ਪੈਸੇ ਵੀ ਬੱਚਿਆਂ ਦੇ ਚਲੇ ਗਏ, ਉਹ ਕਰੋੜਾਂ ਰੁਪਈਆ ਸੀ, ਉਹ ਕਿਸੇ ਖਾਤੇ 'ਚ ਨਹੀਂ। ਇਸ ਤਰ੍ਹਾਂ ਹੁਣ ਬਹੁਤ ਹਦਾਇਤਾਂ ਨੇ, ਆਪਾਂ ਕਈ ਚੀਜ਼ਾਂ ਲੰਮੀਆਂ ਪੈ ਜਾਣਗੀਆਂ। ਇੱਕ ਤਾਂ ਲੰਮਾ ਪੈ ਜਾਂਦਾ ਇਹਦੇ 'ਚ ਕੰਮ, ਰੋਜ਼ਗਾਰ ਜਿਹੜੇ ਲੋੜੀਂਦੇ ਲੋਕ ਨੇ ਉਹਨਾਂ ਨੂੰ ਮਿਲ ਨਹੀਂ ਰਿਹਾ। ਇਹ 'ਚ ਪ੍ਰਕਿਰਿਆ ਬਦਲਣ ਦੀ ਲੋੜ ਹੈ ਕਿ ਨਹੀਂ? ਨਹੀਂ, ਅਸੀਂ ਆਲਰੇਡੀ ਜਿਹੜੇ ਟੈਸਟ ਵੀ ਕਰਵਾਏ ਨੇ, ਜਾਂ ਤੁਹਾਨੂੰ ਮੈਂ ਦੱਸਿਆ ਜਿਹੜੀ ਕਾਉਂਸਲਿੰਗ ਕਰਾਈ ਆ, ਉਹ ਅਸੀਂ ਕੋਵਿਡ ਦੇ ਨਿਯਮਾਂ ਨੂੰ ਪਾਲਣਾ ਕਰਦੇ ਕਰਾਈ ਆ। ਫੋਰ ਐਗਜ਼ਾਮਪਲ, ਜਿੱਦਾਂ ਮੈਂ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਫਿਜ਼ੀਕਲ ਟੈਸਟ ਕਰਵਾਉਣਾ ਸੀਗਾ, ਉਹ ਕੋਵਿਡ ਦੇ ਵਿੱਚ ਆ ਗਿਆ, ਔਰ ਉਹਦੇ ਵਿੱਚ ਅਸੀਂ ਤਕਰੀਬਨ 500-700 ਕੈਂਡੀਡੇਟ ਬੁਲਾਇਆ ਸੀਗਾ। ਉਹ ਅਸੀਂ ਫਿਰ ਵੱਡੀ ਜਗ੍ਹਾ ਜਿਹੜਾ ਸਪੋਰਟਸ ਕੰਪਲੈਕਸ ਆ ਲਿਆ, ਉਹਦੇ 'ਚ ਵੱਖਰੇ ਵੱਖਰੇ ਬੱਚਿਆਂ ਨੂੰ ਵੱਖਰੇ ਜਗ੍ਹਾ 'ਤੇ ਖੜੇ ਕਰਕੇ ਉਹਨਾਂ ਦਾ ਟੈਸਟ ਲਿਆ। ਬਟ ਹੁਣ ਜਿਵੇਂ ਮੈਂ ਦੱਸਿਆ ਤੁਹਾਨੂੰ, 2 ਮਈ ਨੂੰ ਪਟਵਾਰੀ ਦਾ ਸੀਗਾ, ਉਹ 'ਚ 2,33,000 ਕੈਂਡੀਡੇਟ ਨੇ ਅਪਲਾਈ ਕੀਤਾ। ਹੁਣ 2,33,000 ਉਸ ਵਕਤ ਕੋਵਿਡ ਪੂਰੇ ਜ਼ੋਰਾਂ 'ਚ ਸੀਗਾ, ਤੇ ਜੇ ਉਹ ਕੋਵਿਡ ਦੇ ਵਿੱਚ ਲੈਂਦੇ ਤਾਂ ਫਿਰ ਬਹੁਤ ਮੁਸ਼ਕਲ ਆ ਜਾਣੀ ਸੀ। ਉਹ ਅੱਗੇ ਕਰਤਾ, ਉਹਨੂੰ ਪੋਸਟਪੋਨ ਕਰਨਾ ਪਿਆ। ਅਦਰਵਾਈਜ਼ ਦੇਖੋ ਉਹ ਤੋਂ ਬਾਅਦ ਹੋਇਆ, ਉਹ ਹੁਣ 2 ਮਈ ਨੂੰ ਸੀਗਾ, ਔਰ ਜਿਸ ਵਕਤ ਆ ਰਿਲੈਕਸ ਹੁੰਦੀ ਆ, ਅਸੀਂ ਵੀ ਆਰ ਗੋਇੰਗ ਟੂ ਡੂ ਇਟ। ਹਾਂ, ਉਹੀ ਗੱਲ ਹੈ ਨਾ ਜੀ। ਇਹੋ ਜਿਹੇ ਹਾਲਾਤ ਜਦੋਂ ਅਚਨਚੇਤ ਬਣ ਜਾਂਦੇ ਨੇ, ਆਪਾਂ ਨੂੰ ਇਹ ਅਗਾਊਂ ਸੋਚ ਕੇ ਚੱਲਣਾ ਪੈਣਾ ਹੈ। ਕੋਰੋਨਾ ਨੇ ਆਪਾਂ ਨੂੰ ਇੱਕ ਇਸ਼ਾਰਾ ਕੀਤਾ ਕਿ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਕੋਈ ਕੰਮ ਕੀਤਾ ਜਾਵੇ। ਜਿਵੇਂ ਹੁਣ ਤੁਸੀਂ ਬਹੁਤ ਲੋਕਾਂ ਨੇ ਅਪਲਾਈ ਕੀਤਾ, ਉਹ ਸਾਰੇ ਵੇਟ ਕਰ ਰਹੇ ਨੇ, ਤਾਂ ਅੱਗੇ ਪਾਉਣਾ ਪੈ ਗਿਆ। ਨਹੀਂ, ਇਹ ਤਾਂ ਬਿਲਕੁਲ ਉੱਥੇ ਸਰਕਾਰ ਨੂੰ ਵੀ ਲਾਸ ਹੋਇਆ ਕੰਮ ਦੇ ਵਿੱਚ। ਬਿਲਕੁਲ ਠੀਕ ਆ। ਅਸੀਂ ਵਾਟ ਵੀ ਆਰ ਡੂਇੰਗ ਇਜ਼ ਕਿ ਜਿਹੜੀਆਂ ਹੁਣ ਕੋਵਿਡ ਹਦਾਇਤਾਂ ਨੇ, ਫੋਰ ਐਗਜ਼ਾਮਪਲ ਅਸੀਂ ਅੱਗੇ ਇੱਕ ਐਗਜ਼ਾਮੀਨੇਸ਼ਨ ਰੂਮ ਦੇ ਵਿੱਚ 30 ਬੰਦੇ ਵੀ ਕੈਂਡੀਡੇਟਸ ਬਿਠਾ ਲੈਂਦੇ ਸੀ, ਹੁਣ ਅਸੀਂ ਘਟਾ ਕੇ ਉਹਨਾਂ ਨੂੰ 20 ਤੇ ਲੈ ਆਂਦਾ, 24 ਤੇ ਲੈ ਆਂਦਾ। ਸੋ ਉਹਨਾਂ ਨੂੰ ਅਸੀਂ ਬਕਾਇਦਾ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਸਪਰੈਡ ਆਊਟ ਕਰਕੇ ਟੈਸਟ ਜਿਹੜੇ ਨੇ ਉਹ ਲਏ ਜਾਣ। ਬਟ ਕਿਉਂਕਿ ਹੁਣ ਕੋਵਿਡ ਬਹੁਤ ਤੇਜ਼ੀ ਨਾਲ ਵੱਧ ਗਿਆ ਸੀਗਾ, ਜਿੱਥੇ ਬਹੁਤ ਮੁਸ਼ਕਿਲ ਹੋ ਗਿਆ ਸੀ, ਔਰ ਕਈਆਂ ਨੂੰ ਫਿਰ ਕੈਂਡੀਡੇਟਸ ਨੂੰ ਮੁਸ਼ਕਿਲ ਵੀ ਆ ਰਹੀ ਸੀ, ਕਈ ਆਪ ਇਨਵੋਲਵ ਹੋ ਗਏ ਸੀ, ਪੋਜ਼ਿਟਿਵਿਟੀ ਰੇਟ ਵੱਧ ਗਿਆ ਸੀਗਾ। ਇਸ ਕਰਕੇ ਸਰਕਾਰ ਨੇ ਕਿਹਾ ਕਿ ਮਹੀਨਾ 2 ਮਹੀਨੇ ਇਹਨਾਂ ਨੂੰ ਥੋੜਾ ਪਿੱਛੇ ਕਰ ਦਿਓ। ਕੇਂਦਰ ਸਰਕਾਰ ਨੇ ਕਿ ਪੰਜਾਬ ਸਰਕਾਰ ਨੇ ਕੀ, ਹੁਣ ਜਿਹੜੇ ਅਹਿਮ ਯਾਨੀ ਕਿ ਟੈਸਟ ਨੇ, ਅਹਿਮ ਐਗਜ਼ਾਮ ਨੇ ਬੱਚਿਆਂ ਦੇ, ਉਹ CBSE ਦੀ ਵੀ ਅੱਗੇ ਪਾਤੀ, ਹੋਰ ਵੀ ਪਾਤੇ। ਆਨਲਾਈਨ ਦੀ ਪ੍ਰਕਿਰਿਆ ਸਟਾਰਟ ਹੋ ਗਈ ਕਿ ਆਪਾਂ ਇਹ 'ਚ ਆਨਲਾਈਨ ਦਾ ਕੋਈ ਪ੍ਰਾਵਧਾਨ ਨਹੀਂ ਲਿਆ ਸਕਦੇ? ਨਹੀਂ, ਆਨਲਾਈਨ ਦਾ ਆ ਸਕਦਾ, ਬਿਲਕੁਲ ਆ ਸਕਦਾ, ਬਿਕੋਜ਼ ਅਲਟੀਮੇਟਲੀ ਆਨਲਾਈਨ ਦੇ ਜਿਹੜਾ ਪ੍ਰੋਸੈਸ ਹੈ ਉਹ ਇੱਕ ਜ਼ਿਆਦਾ ਐਕਸਪੀਡੀਸ਼ੀਅਸ ਹੈ ਔਰ ਜਲਦੀ ਵੀ ਹੋਏਗਾ। ਬਟ ਜਿਸ ਵਕਤ ਬਹੁਤ ਜ਼ਿਆਦਾ ਤੁਸੀਂ ਕਿਉਂਕਿ ਪਾਰਦਰਸ਼ਤਾ ਲਿਆਉਣੀ ਹੋਵੇ, ਤੇ ਫਿਰ OMR ਜਿਹੜਾ ਸਿਸਟਮ ਹੈ ਉਹ ਇੱਕ ਜ਼ਿਆਦਾ ਜਿਹੜੇ ਸਾਡੇ ਸਟੂਡੈਂਟਸ ਨੇ ਨਾ, ਔਰ ਖਾਸ ਕਰ ਰੂਰਲ ਕੈਂਡੀਡੇਟਸ ਨੇ, ਉਹਨਾਂ ਨੂੰ ਦੇ ਫੀਲ ਮੋਰ ਕੰਫਰਟੇਬਲ ਜਿਸ ਵਕਤ ਉਹ ਲਿਖਦੇ ਨੇ। ਕਈ ਵਾਰੀ ਤੁਸੀਂ ਆਨਲਾਈਨ ਇੱਕਦਮ ਸਵਿਚ ਔਨ ਕਰ ਜਾਓਗੇ ਤੇ ਫਿਰ ਕੈਂਡੀਡੇਟਸ ਦੇ ਵਿੱਚ ਵੀ ਉਹ ਫੀਲਿੰਗ ਆਫ ਇਹੋ ਜਿਹੀ ਆ ਜਾਊਗੀ ਵੀ ਸਾਡਾ ਹੱਕ ਜਿਹੜਾ ਪ੍ਰਯੋਗਿਕ ਤੌਰ ਤੇ ਸ਼ੁਰੂ ਕੀਤਾ ਜਾ ਸਕਦਾ। ਜਿਵੇਂ ਕਿ ਮੋਬਾਈਲ ਦੀ ਗੱਲ ਕਰੀਏ, ਦਿਹਾਤੀ ਏਰੀਆ 'ਚ ਮੋਬਾਈਲ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ, ਬਟ ਅਲਟੀਮੇਟਲੀ ਜਿਹੜੇ ਬੱਚੇ ਆ ਨਾ, ਕਿਸੇ ਵਕਤ ਉਹਨਾਂ ਦਾ ਐਕਸਪੋਜ਼ਰ ਹੋਣਾ ਨਹੀਂ ਹੈਗਾ। ਇਸ ਕਰਕੇ ਜੀ ਇੱਕਦਮ ਉਹਨੂੰ ਸਵਿਚ ਕਰ ਦੇਵਾਂਗੇ, ਬਿਲਕੁਲ ਤੁਹਾਡੀ ਗੱਲ ਠੀਕ ਆ। ਉਹਨੂੰ ਆਪਾਂ ਪਾਰਸ਼ਲੀ ਥੋੜਾ ਲਿਆ ਕੇ ਸ਼ੁਰੂ ਕਰ ਸਕਦੇ ਆ, ਜਿੱਥੇ ਪਹਿਲਾਂ ਛੋਟੇ ਐਗਜ਼ਾਮਸ ਹੋਣਗੇ ਉਹਨਾਂ ਨੂੰ ਆਨਲਾਈਨ ਕਰਕੇ, ਔਰ ਅਲਟੀਮੇਟਲੀ ਫਿਰ ਇਹੋ ਹੀ ਸਿਸਟਮ ਆਨਲਾਈਨ ਹੀ ਜ਼ਿਆਦਾ ਅੱਗੇ ਚੱਲੂਗਾ ਜੀ। ਆਉਣ ਵਾਲਾ ਸਮਾਂ ਤੇ ਆਨਲਾਈਨ ਦਾ ਹੀ ਹੋਏਗਾ। ਅੱਛਾ, ਚਲੋ ਆਪਾਂ ਫਿਰ ਉਸ ਗੱਲ ਤੇ ਆਉਂਦੇ ਆ। ਤੁਸੀਂ ਪਹਿਲੇ ਸਾਲ 'ਚ ਇੰਨੀਆਂ ਭਰੀਆਂ, ਹੁਣ ਜਾਨੀ 5ਵੇਂ ਸਾਲ ਦਾ ਜ਼ੋਰ ਹੈਗਾ ਹੀ ਹੈਗਾ ਪੋਸਟਾਂ ਭਰਨ ਦਾ। ਤੁਸੀਂ ਪਿਛਲੇ 4 ਸਾਲਾਂ ਦੇ ਵਿੱਚ ਕੋਈ ਐਸਟੀਮੇਟ, ਅੰਦਾਜ਼ਨ ਆਈਡੀਆ ਦੱਸ ਸਕਦੇ ਹੋ ਕਿੰਨੀਆਂ ਪੋਸਟਾਂ ਫਿਲ ਕੀਤੀਆਂ? ਹਾਂ, ਮੈਂ ਤੁਹਾਨੂੰ ਦੇਖੋ ਰਫਲੀ ਦੱਸਿਆ ਵੀ ਇਹ ਕਲੈਰੀਕਲ ਵਗੈਰਾ ਸਾਰੀਆਂ ਪਾ ਕੇ 8 ਤੋਂ 10,000 ਪੋਸਟ ਜ਼ਰੂਰ ਭਰਤੀ ਹੋਏਗੀ। ਸਰਕਾਰ ਕਹਿੰਦੀ 62,000 ਭਰਤੀਆਂ। ਉਹ ਵੱਖਰੇ ਮਹਿਕਮੇ ਦੀ ਸਰ, ਇਹ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ SS ਬੋਰਡ ਨੇ ਕੀਤੀ ਆ, ਐਜੂਕੇਸ਼ਨ ਬੋਰਡ ਨੇ ਵੱਖਰੀਆਂ ਕੀਤੀਆਂ ਹੋਣਗੀਆਂ। ਚਲੋ ਛੋਟੇ ਸੀ ਪਬਲਿਕ ਸਰਵਿਸ ਕਮਿਸ਼ਨ ਤੋਂ ਵੱਖਰੀਆਂ ਹੋਣਗੀਆਂ। ਛੋਟੇ ਸੀ ਦੀਆਂ ਕਿੰਨੀਆਂ ਭਰੀਆਂ? ਮੈਂ ਤੁਹਾਨੂੰ ਦੱਸ ਰਿਹਾ ਵੀ ਤਕਰੀਬਨ 10-12,000 ਅਸੀਂ ਜ਼ਰੂਰ ਇਹ 'ਚ ਕੀਤੀ ਹੋਊਗੀ। ਅੱਗੇ ਕਿੰਨੀਆਂ ਭਰਨ ਦਾ ਟਾਰਗੇਟ? ਫਿਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਤਕਰੀਬਨ 6,000 ਹੋਰ ਭਰਨ ਜਾ ਰਹੇ ਹਾਂ। 2280 ਦੇ ਤੁਹਾਨੂੰ ਮੈਂ ਐਡਸ ਦੱਸਦੀਆਂ ਨੇ। ਇਸ ਤੋਂ ਇਲਾਵਾ ਪਟਵਾਰੀਜ਼ ਦੀਆਂ ਨੇ, ਜੂਨੀਅਰ ਡਰਾਫਟਸਮੈਨ ਦੀਆਂ ਨੇ। ਸੋ ਕਹਿਣ ਤੋਂ ਭਾਵ ਹੈ ਵੀ ਇਹ ਪ੍ਰੋਸੈਸ ਇੱਕ ਕੰਟੀਨਿਊਸ ਪ੍ਰੋਸੈਸ ਹੈ। ਸਰਕਾਰ ਦੇ ਕਾਰਜਕਾਲ ਦੇ ਐਂਡ ਤੱਕ ਕਿੰਨੀਆਂ ਭਰੀਆਂ ਜਾਣਗੀਆਂ?
ਜਿੰਨੀ ਗਵਰਨਮੈਂਟ ਸਾਨੂੰ ਰਿਕਵੀਜ਼ੀਸ਼ਨ ਦੇ ਦੇਗੀ। ਕਿੰਨੀ ਦਿੱਤੀ ਹੈ ਹੁਣ ਤੱਕ? ਮੈਂ ਦੱਸਿਆ ਤੁਹਾਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਸਰਕਾਰ ਨੇ ਸਾਨੂੰ 6,000 ਦੇ ਕਰੀਬਨ ਦੇ ਦਿੱਤੀ ਆ, ਹੋਰ ਪਰ ਅਜੇ ਹੋਰ ਆ ਰਹੀਆਂ ਨੇ ਐਵਰੀ ਡੇ। ਕੱਲ ਮੈਨੂੰ ਇੱਕ ਵੈਟਰਨਰੀ ਦੀਆਂ ਤਕਰੀਬਨ 800 ਪੋਸਟਾਂ ਹੋਰ ਆ ਗਈਆਂ ਨੇ। ਯਾਨੀ ਕਿ ਇਹ ਮੰਨੀਏ ਕਿ ਜੇ ਤੁਹਾਨੂੰ ਤੁਸੀਂ 4 ਸਾਲਾਂ 'ਚ 10,000 ਪਹਿਲਾਂ ਭਰੀਆਂ ਨੇ ਤੇ ਇਸ ਸਾਲ 'ਚ 6,000 ਦਾ ਤਾਂ ਆ ਗਿਆ ਤੇ 500-700 ਦਾ ਹੋਰ ਆ ਗਿਆ, ਆਪਾਂ ਮੰਨ ਕੇ ਚੱਲੀ ਵੀ ਨਹੀਂ ਹੋਰ ਆ ਜਾਣੀਆਂ 6,000 ਹੋਰ ਵੀ ਜ਼ਿਆਦਾ ਆ ਸਕਦੀਆਂ ਨੇ, ਬਿਕੋਜ਼ ਇਹ ਤੇ ਪ੍ਰੋਸੈਸ ਚੱਲੀ ਜਾਣਾ। ਕਿਉਂਕਿ ਸਰਕਾਰ ਦੇ ਟਾਰਗੇਟ ਦੇ ਮੁਤਾਬਕ ਉਹਨਾਂ ਲੱਖ ਕਰਨੀ ਸੀਗੀ, 62,000 ਉਹਨਾਂ ਨੇ ਕਰ ਦਿੱਤੀ ਹੈ। ਤੁਹਾਡੇ ਹਿੱਸੇ ਦੀ ਵੱਖਰੀ ਹੋ ਗਈ, ਉਹਦੇ 'ਚ 38,000 ਬੈਲੈਂਸ ਕਹਿ ਰਹੇ ਹੋ। ਸਰ ਉਹ 38,000 ਦੇ ਵਿੱਚ ਸਾਰੀ ਐਸਐਸ ਬੋਰਡ ਕੋਲ ਨਹੀਂ ਨਾ ਹੋਣੀ, ਉਹ 38,000 ਦੇ ਵਿੱਚੋਂ ਪਬਲਿਕ ਸਰਵਿਸ ਕਮਿਸ਼ਨ ਨੇ ਵੀ ਕਰਨੀ ਆ। ਤੁਸੀਂ ਦੇਖ ਰਹੇ ਹੋ, ਮੈਂ ਉਹੀ ਕਹਿ ਰਿਹਾ, ਤੁਹਾਡੇ ਕੋਲ 5-6,000 ਤਾਂ ਹੋਰ ਆ ਹੀ ਜਾਣ। 5-6,000 ਤੇ ਆ ਗਈ ਆ, ਇਸ ਤੋਂ ਇਲਾਵਾ ਜਿੰਨੀਆਂ ਹੋਰ ਆਉਣਗੀਆਂ ਕਰਾਂਗੇ। ਔਰ ਇਹਦੇ ਵਿੱਚ ਬਹੁਤ ਸਾਰੇ ਮਹਿਕਮੇ ਹੋਰ ਆਉਣ ਵਾਲੇ ਨੇ, ਲੋਕਲ ਬਾਡੀਜ਼ ਹੈ, ਟੈਕਨੀਕਲ ਐਜੂਕੇਸ਼ਨ ਹੈ, ਇਹ ਸਾਰੇ ਇਨ ਪ੍ਰੋਸੈਸ ਹੈਗੀਆਂ ਨੇ। ਅੱਛਾ, ਦਰਸ਼ਕਾਂ ਨੂੰ ਇੱਕ ਵਿਸ਼ੇਸ਼ ਜਾਣਕਾਰੀ ਦਿਓ ਕਿ ਜਿਹੜਾ ਬੋਰਡ ਹੈ ਸਿਰਫ ਸਰਕਾਰ ਦੀ ਜਿਹੜੀ ਡਿਮਾਂਡ ਪੂਰੀ ਕਰਨ ਵਾਸਤੇ ਆਪਦੇ ਵੱਲੋਂ ਕੋਈ ਸਿਫਾਰਿਸ਼ ਨਹੀਂ ਕਰਦਾ, ਜਾਂ ਆਪਦੇ ਵੱਲੋਂ ਕੋਈ ਸੁਜੈਸ਼ਨ ਨਹੀਂ ਦਿੰਦਾ ਵੀ ਆਪਾਂ ਇਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਕਰ ਲਈਏ? ਨਹੀਂ, ਦੇਖੋ ਬੇਸਿਕਲੀ ਬੋਰਡ ਦੇ ਰਿਕਰੂਟਮੈਂਟ ਏਜੰਸੀ ਦਾ ਮਤਲਬ ਇਹ ਆ ਵੀ ਪ੍ਰਾਈਵੇਟ ਨਹੀਂ, ਪ੍ਰਾਈਵੇਟ ਦੀ ਤਰ੍ਹਾਂ ਨਹੀਂ, ਸਰਕਾਰੀ ਆ। ਨਹੀਂ ਹੈ ਸਰਕਾਰੀ, ਪਰ ਪ੍ਰਾਈਵੇਟ ਦੀ ਤਰ੍ਹਾਂ ਵੀ ਇੱਕ ਆਪਾਂ ਨੂੰ ਕਹਿਤਾ ਵੀ ਇੰਨਾ ਕੰਮ ਕਰਕੇ ਦੇ ਦੇ, ਤੁਸੀਂ ਉਹਨਾਂ ਕਰਕੇ। ਉਹ ਰਿਕਰੂਟਮੈਂਟ ਜੋ ਉਹਨਾਂ ਨੇ ਭੇਜਣੀ ਹੈ ਤੁਹਾਨੂੰ ਰਿਕੁਇਜ਼ੀਸ਼ਨ, ਉਹ ਅਸੀਂ ਉਹਨਾਂ ਨੂੰ ਰਿਕਰੂਟ ਕਰਕੇ ਉਹਨੇ ਕੈਂਡੀਡੇਟ ਜਿਹੜੇ ਨੇ ਦੇ ਦੇਣੇ ਨੇ। ਪਰ ਜੇ ਤੁਸੀਂ ਕਹੋ ਕਿ ਬੋਰਡ ਆਪਣੇ ਤੌਰ ਤੇ ਰਿਕਰੂਟ ਕਰੇ, ਉਹ ਨਹੀਂ ਕਰ ਸਕਦਾ। ਨਹੀਂ, ਆਪਣੇ ਤੌਰ ਤੇ ਨਹੀਂ ਸਰ, ਮੇਰਾ ਕਹਿਣ ਦਾ ਮਤਲਬ ਇਹ ਹੈ, ਆਪਾਂ ਜਿਵੇਂ ਪ੍ਰਾਈਵੇਟ ਏਜੰਸੀ ਦੀ ਗੱਲ ਕਰੀ, ਉਹਨੂੰ ਆਪਾਂ ਕਹਿੰਦੇ ਵੀ ਆਹ ਕੰਮ ਕਰਨਾ ਜੀ, ਇਸ ਤਰ੍ਹਾਂ ਕਰਨਾ, ਸਿਰਫ ਇੰਨਾ ਕੁ ਲਿੰਕ ਹੁੰਦਾ ਕਿ ਵੀ ਮੈਂ ਦੱਸਣਾ ਮੈਨੂੰ ਇਹ ਕੰਮ ਚਾਹੀਦਾ, ਸਰਕਾਰ ਤੁਹਾਨੂੰ ਇਹ ਨਹੀਂ ਕਹਿੰਦੀ? ਨਹੀਂ, ਸਰਕਾਰ ਤੇ ਰਿਕੁਇਜ਼ੀਸ਼ਨ ਭੇਜਦੀ ਆ, ਠੀਕ ਹੈ, ਜਿਹੜੀ ਰਿਕੁਇਜ਼ੀਸ਼ਨ ਭੇਜੇ ਉਹ ਅਸੀਂ ਰਿਕਰੂਟਮੈਂਟ ਕਰਦੇ ਆ। ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਹ ਪੋਸਟਾਂ ਭੇਜ ਦਿਓ ਜਾਂ ਇੰਨੀਆਂ ਜ਼ਿਆਦਾ ਭੇਜ ਦਿਓ, ਇਹ ਸਰਕਾਰ ਦਾ ਕੰਮ ਹੈ ਦੇਖਣਾ। ਔਰ ਉਹਨਾਂ ਨੇ ਜਿਹੜੀ ਗਰੁੱਪ ਸੀ ਦੀ ਸਾਨੂੰ ਭੇਜ ਦੇਣੀ ਆ, ਬਾਕੀ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜ ਦੇਣੀ ਆ, ਔਰ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਭੇਜ ਦੇਣੀ ਆ। ਹੁਣ ਫੋਰ ਐਗਜ਼ਾਮਪਲ ਤੁਹਾਡਾ ਪੁਲਿਸ ਡਿਪਾਰਟਮੈਂਟ ਹੈ, ਦੇਖੋ ਮੈਂ ਇਹਦੀ ਐਡ ਪੜ੍ਹ ਰਿਹਾ ਸੀਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਰਿਕਰੂਟਮੈਂਟ ਕਰਨ ਲੱਗੇ ਨੇ। ਸੋ ਇਨ ਟੋਟਲ ਦੇਖੋ ਨਾ, ਇਹ ਸਾਰੀਆਂ ਗਵਰਨਮੈਂਟ ਦੀਆਂ ਏਜੰਸੀਜ਼ ਨੇ ਥਰੂ ਜਿਹਦੇ ਰਿਕਰੂਟਮੈਂਟ ਹੁੰਦੀ ਹੈ। ਸੋ ਹਰ ਏਜੰਸੀ ਨੇ ਆਪਣੀ ਆਪਣੀ ਰਿਕਰੂਟਮੈਂਟ ਕਰਕੇ ਸਰਕਾਰ ਨੂੰ ਦੇਣੀ ਹੈ। ਚਲੋ, ਦੂਸਰੀ ਗੱਲ, ਬੋਰਡ ਦੇ ਵਿੱਚ ਪਾਰਦਰਸ਼ਤਾ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਬਿਲਕੁਲ। ਤੇ ਤੁਸੀਂ ਇਹਨਾਂ 5 ਸਾਲਾਂ 5ਵੇਂ ਸਾਲ ਤੱਕ ਕਿੰਨੇ ਕੇ ਸਫਲ ਹੋਏ ਪਾਰਦਰਸ਼ਤਾ? ਦੇਖੋ, ਮੈਨੂੰ ਇੱਕ ਗੱਲ ਦਾ ਮਾਣ ਹੈ, ਔਰ ਮੈਂ ਅੱਜ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ, ਪਰਮੇਸ਼ਵਰ ਦੀ ਕਿਰਪਾ ਨਾਲ, ਅਕਾਲ ਪੁਰਖ ਦੀ ਮਿਹਰ ਨਾਲ ਅਸੀਂ ਜਿੰਨੇ ਐਗਜ਼ਾਮ ਲਏ ਨੇ ਸਾਰੇ ਟੋਟਲ ਟਰਾਂਸਪੇਰੈਂਟ ਹੋਏ ਨੇ, ਮੈਰਿਟ ਤੇ ਹੋਏ ਨੇ। ਔਰ ਮੈਂ ਇੱਕ ਗੱਲ ਤੁਹਾਨੂੰ ਅੱਜ ਹੋਰ ਇਹ ਪਾਰਦਰਸ਼ਤਾ ਬਾਰੇ ਦੱਸਣ ਲੱਗਾ ਕਿ ਜਿਸ ਵਕਤ ਮੈਂ ਟੇਕ ਓਵਰ ਕੀਤਾ ਜੀ, ਉਸ ਵਕਤ ਇੱਕ ਐਲੋਕੇਸ਼ਨ ਆਫ ਡਿਪਾਰਟਮੈਂਟ ਹੁੰਦੀ ਆ ਜੀ। ਫੋਰ ਐਗਜ਼ਾਮਪਲ ਅਸੀਂ 1883 ਕਲਰਕ ਰੱਖੇ ਜੀ, ਔਰ ਉਹਦੀ ਜਿਹੜੀ ਐਲੋਕੇਸ਼ਨ ਇੱਕ ਸਮਝ ਗਏ 48 ਮਹਿਕਮੇ ਅਸੀਂ ਦੇਣੇ ਸੀਗੇ 1883 ਕਲਰਕਾਂ ਨੂੰ, ਕਿਸੇ ਨੂੰ PWD, ਕਿਸੇ ਨੂੰ ਪ੍ਰਿੰਟਿੰਗ ਐਂਡ ਸਟੇਸ਼ਨਰੀ, ਕਿਸੇ ਨੂੰ ਐਕਸਾਈਜ਼। ਔਰ ਉਹ ਪਹਿਲਾਂ ਬੋਰਡ ਦੇ ਚੇਅਰਮੈਨ ਦਾ ਔਰ ਮੈਂਬਰਾਂ ਦਾ ਇਖਤਿਆਰ ਹੁੰਦਾ ਸੀ ਕਿ ਕਿਸੇ ਨੂੰ PWD ਦੇ ਦਿਓ, ਕਿਸੇ ਨੂੰ ਪ੍ਰਿੰਟਿੰਗ ਸਟੇਸ਼ਨਰੀ ਦੇ ਦਿਓ, ਕਿਸੇ ਨੂੰ ਐਕਸਾਈਜ਼ ਦੇ ਦਿਓ, ਕਿਸੇ ਨੂੰ ਐਗਰੀਕਲਚਰ ਦੇ ਦਿਓ ਜੀ। ਬਟ ਆਉਂਦਿਆਂ ਹੀ ਫੈਸਲਾ ਲਿਆ ਗਿਆ ਕਿ ਨਹੀਂ, ਇਹ ਵੀ ਜਿਹੜੀ ਐਲੋਕੇਸ਼ਨ ਆਫ ਡਿਪਾਰਟਮੈਂਟ ਆ, ਇਟ ਸ਼ੁੱਡ ਬੀ ਡਨ ਔਨ ਦੀ ਮੈਰਿਟ। ਕਿਵੇਂ ਵੀ ਜਿਹੜੇ ਬੱਚੇ ਮੈਰਿਟ ਦੇ ਉੱਪਰ ਆਏ ਨੇ ਉਹਨਾਂ ਦੀ ਪ੍ਰੈਫਰੈਂਸਿਸ ਲਈਆਂ ਗਈਆਂ, ਔਰ ਪ੍ਰੈਫਰੈਂਸਿਸ ਲੈਣ ਤੋਂ ਬਾਅਦ ਜਿਵੇਂ ਆਪਾਂ IAS ਔਰ IPS ਦੇ ਵਿੱਚ ਕੈਡਰ ਅਲੋਟ ਕਰਦੇ ਆ, ਇਵੇਂ ਅਸੀਂ ਉਹ ਜਿਹੜੇ ਮਹਿਕਮੇ ਦੀ ਜਿਹੜੀ ਐਲੋਕੇਸ਼ਨ ਆ ਉਹ ਐਜ਼ ਪਰ ਦੀ ਮੈਰਿਟ ਔਰ ਉਹਨਾਂ ਦੀ ਪ੍ਰੈਫਰੈਂਸਿਸ ਲੈ ਕੇ ਕੀਤੀ। ਔਰ ਅੱਜ ਇਹ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗਵਰਨਮੈਂਟ ਹੋਇਆ ਕਿ ਜਿੱਥੇ ਮਹਿਕਮੇ ਦੀ ਐਲੋਕੇਸ਼ਨ ਵੀ ਜਿਹੜੀ ਆ ਔਨ ਮੈਰਿਟ ਹੋਈ ਆ। ਔਰ ਇੱਥੇ ਤੱਕ ਨਹੀਂ, ਹੁਣ ਜਿਹੜੇ ਅਸੀਂ ਅੱਗੇ ਐਡਵਰਟਾਈਜ਼ਮੈਂਟ ਦੇ ਰਹੇ ਹਾਂ, ਫੋਰ ਐਗਜ਼ਾਮਪਲ ਜੂਨੀਅਰ ਡਰਾਫਟਮੈਨ ਦੇ ਵਿੱਚ 6 ਡਿਪਾਰਟਮੈਂਟ ਨੇ, ਅਸੀਂ ਪਹਿਲਾਂ ਐਪਲੀਕੇਸ਼ਨ 'ਚ ਮੰਗ ਲਿਆ ਉਹਨਾਂ ਕੋਲੋਂ ਵੀ ਤੁਸੀਂ ਆਪਣੀ ਪ੍ਰੈਫਰੈਂਸਿਸ ਦਿਓ, ਔਰ ਜਿਹੜੀ ਪ੍ਰੈਫਰੈਂਸਿਸ ਦਾ ਮੈਰਿਟ ਹੋਏਗੀ ਉਹਦੇ ਮੁਤਾਬਕ ਉਹਨਾਂ ਨੂੰ ਐਲੋਕੇਟ ਹੋ ਜਾਊਗਾ। ਇਸ ਤੋਂ ਬਾਅਦ ਪਾਰਦਰਸ਼ਤਾ ਹੋਰ ਕੀ ਹੋ ਸਕਦੀ ਹੈ? ਚਲੋ, ਔਰ ਅਸੀਂ OMRs ਪਹਿਲੀ ਵਾਰ ਹੋਇਆ ਕਿ ਬੱਚਾ ਅੱਜ ਪੇਪਰ ਦੇ ਕੇ ਜਾ ਰਿਹਾ ਔਰ ਸਵੇਰੇ OMR ਜਿਹੜੀਆਂ ਨੇ ਔਨ ਵੈਬਸਾਈਟ ਹੁੰਦੀਆਂ ਨੇ। ਸੋ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਜੈਮਰਸ ਦਾ ਕਿਸ ਤਰ੍ਹਾਂ ਅਸੀਂ ਯੂਜ਼ ਕਰ ਰਹੇ ਹਾਂ। ਜੈਮਰਸ ਹਰ ਥਾਂ ਦੇ ਉੱਪਰ ਲਾਏ ਜਾ ਰਹੇ ਨੇ। ਬਾਇਓਮੈਟ੍ਰਿਕ ਹੋਇਆ, ਅਸੀਂ ਫਿਜ਼ੀਕਲ ਟੈਸਟ ਕਰਾਇਆ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ, ਤੁਸੀਂ ਜਾ ਕੇ ਦੇਖਣਾ ਹਰ ਚੀਜ਼ ਟੈਕਨੋਲੋਜੀ ਦੇ ਨਾਲ ਸੀ। ਈਵਨ ਜੇ ਕੈਂਡੀਡੇਟ ਦੌੜ ਰਿਹਾ ਤੇ ਜੇ ਉਹਨੇ 18.5 ਸੈਕਿੰਡ ਦੇ ਵਿੱਚ ਕਰਨਾ ਤੇ ਇਟ ਵਾਜ਼ ਆਲ ਔਨ ਦੀ ਕੰਪਿਊਟਰ।
ਜਿਹੜਾ ਬੰਦਾ ਮਰਜ਼ੀ ਉੱਥੋਂ ਰਿਕਾਰਡ ਕਢਾ ਕੇ ਦੇਖ ਲੈ ਵੀ ਮੈਂ ਕਿੰਨੀ ਦੇਰ 'ਚ ਕੰਪਲੀਟ ਕੀਤਾ। ਚਲੋ ਤੁਸੀਂ ਕਹਿੰਦੇ ਪਾਰਦਰਸ਼ਤਾ 'ਚ ਤੁਸੀਂ ਬਿਲਕੁਲ ਸਫਲ ਰਹੇ ਹੋ ਬਿਲਕੁਲ ਸਰਕਾਰ ਸਫਲ ਦੀਆਂ ਹਦਾਇਤਾਂ ਅਨੁਸਾਰ ਤੇ ਤੁਹਾਡੀ ਜ਼ਿੰਮੇਵਾਰੀ ਦੇ ਬਿਲਕੁਲ। ਅਨੁਸਾਰ। ਮੈਂ ਆਪਣੀ ਆਤਮਿਕ ਤੌਰ ਤੇ ਵੀ ਮੈਂ ਇਹ ਗੱਲ ਕਹਿ ਸਕਦਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਜਿੰਨੇ ਵੀ ਰਿਕਰੂਟਮੈਂਟ ਇਹਨਾਂ ਸਾਲਾਂ ਦੇ ਵਿੱਚ ਹੋਈ ਆ ਉਹ ਟੋਟਲ ਟਰਾਂਸਪੇਰੈਂਟ ਔਨ ਮੈਰਿਟ ਹੋਈ ਆ। ਆਖਰੀ ਸਵਾਲ, ਜਿਹੜਾ ਤੁਸੀਂ ਕਿਹਾ ਸੀਗਾ ਕਿ ਕੁਝ ਬਦਲਾਅ ਚਾਹੀਦੇ ਨੇ, ਜਿਹੜੀ ਕਰੋਨਾ ਕਾਲ ਨੇ ਜਿਹੜੇ ਆਪਾਂ ਨੂੰ ਦੱਸੇ ਨੇ, ਆਨਲਾਈਨ ਦੀ ਪ੍ਰੀਖਿਆ, ਇੱਕ ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਨੂੰ ਇੱਕੋ ਵਾਰੀ ਟੈਸਟ ਹੋ ਜੇ ਤੇ ਉਸ ਤੋਂ ਬਾਅਦ ਕੈਟਾਗਰੀ ਵਾਈਜ਼ ਆਪਾਂ ਵੰਡ ਦਈਏ ਤੇ ਇਸ ਤੋਂ ਆਸ ਕੀਤੀ ਜਾਵੇ ਕਿ ਕੀਤੀ ਜਾ ਸਕਦੀ ਹੈ। ਬਿਲਕੁਲ ਦੇਖੋ ਇਹ ਦੋ ਚੀਜ਼ਾਂ ਤੁਹਾਡੀਆਂ ਸੁਜੈਸ਼ਨਸ ਲਿਬਰੇਟ ਜੀ ਬਹੁਤ ਵਧੀਆ ਨੇ। ਇੱਕ ਤੇ ਜਿਹੜਾ ਤੁਸੀਂ ਆਨਲਾਈਨ ਕਿਹਾ, ਅਲਟੀਮੇਟਲੀ ਆਨਲਾਈਨ ਟੈਸਟਾਂ ਤੇ ਆਉਣਾ ਪਊਗਾ, ਆਉਣਾ ਹੀ ਪੈਣਾ ਜੀ, ਹਾਲਾਤ ਐਸੇ ਨੇ ਆਉਣਾ ਪਏਗਾ। ਔਰ ਦੂਸਰੀ ਗੱਲ ਜਿਹੜੀ ਕਹੀ ਆ ਵੀ ਉਹ ਇੱਕ ਜੁਆਇੰਟ ਟੈਸਟ ਹੋ ਜਾਏ ਜਿਹਦੇ ਵਿੱਚ ਇੱਕ ਨਾ ਮੰਨ ਲਓ ਬੇਸਿਕ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਆ, ਠੀਕ ਆ, ਔਰ ਉਹਦੇ ਵਿੱਚ ਕੋਈ ਟਾਈਪ ਟੈਸਟ ਨਹੀਂ ਹੈਗਾ। ਸੋ ਉਸ ਗ੍ਰੈਜੂਏਸ਼ਨ ਟੈਸਟ ਦੇ ਵਿੱਚ ਵੱਖਰੇ ਵੱਖਰੇ ਮਹਿਕਮਿਆਂ ਦੀਆਂ ਰਿਕੁਇਜ਼ੀਸ਼ਨਸ ਮਰਜ ਕਰਾ ਕੇ ਤੇ ਉਹਨਾਂ ਦੀ ਲੈ ਲਓ, ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਸ਼ੁਰੂ ਕਰਤਾ, ਮੈਂ ਹੁਣ ਆਹ ਦੋ ਡਿਪਾਰਟਮੈਂਟਸ ਦੀ ਜਿਹੜੀ ਰਿਕਰੂਟਮੈਂਟ ਨੇ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰਸ ਔਰ ਇੰਡਸਟਰੀਜ਼ ਆਫਿਸਰ ਐਂਡ ਬਲਾਕ ਇੰਡਸਟਰੀਜ਼ ਆਫਿਸਰ, ਇਹ ਅਸੀਂ ਇਕੱਠਾ ਲੈ ਰਹੇ ਹਾਂ। ਸੋ ਇਹੋ ਜਿਹੇ ਅਸੀਂ ਇਕੱਠੀਆਂ ਕਰਕੇ ਉਹ ਲਵਾਂਗੇ। ਉਸ ਤੋਂ ਬਾਅਦ ਫਿਰ ਉਹ ਤੁਹਾਡੀ ਵਾਲੀ ਗੱਲ ਠੀਕ ਹੈ, ਜਿਹੜੇ ਜਿਸ ਤਰ੍ਹਾਂ ਉਹ ਰਿਕੁਆਇਰਮੈਂਟ ਆਉਂਦੀ ਜਾਵੇ ਉਹਦੇ ਮੁਤਾਬਕ ਜਿਹੜੇ ਨੇ ਉਹ ਕੈਂਡੀਡੇਟ ਦਿੱਤੇ ਜਾਣ। ਹਜੇ ਕਿਉਂਕਿ ਸਰਕਾਰ ਦਾ ਪ੍ਰੋਸੀਜਰ ਇਹ ਸੀਗਾ ਵੀ ਇੱਕ ਰਿਕੁਇਜ਼ੀਸ਼ਨ ਨੂੰ ਸੈਟੀਸਫਾਈ ਕਰ ਲਓ, ਉਹ ਜਿੰਨੇ ਕੈਂਡੀਡੇਟਸ ਭੇਜੇ ਨੇ ਉਹਦੀਆਂ ਵੱਖਰੀਆਂ ਰੈਜ਼ਰਵੇਸ਼ਨਸ ਵੀ ਸੀਗੀਆਂ। ਸੋ ਉਹ ਦੇਣ ਤੋਂ ਬਾਅਦ ਫਿਰ ਉਹ ਰਿਕੁਇਜ਼ੀਸ਼ਨ ਖਤਮ ਹੋ ਜਾਂਦੀ ਹੈ, ਉਹਦੀ ਵੇਟਿੰਗ ਲਿਸਟ ਕੁਝ ਦੇਰ ਚੱਲਦੀ ਹੈ ਔਰ ਉਸ ਤੋਂ ਬਾਅਦ ਉਹ ਫਿਰ ਨਵੀਂ ਰਿਕਰੂਟਮੈਂਟ ਆ ਜਾਂਦੀ ਹੈ। ਬਟ ਅਲਟੀਮੇਟਲੀ ਇਹ ਜਿਹੜੀਆਂ ਦੋ ਸੁਜੈਸ਼ਨਸ ਦੇ ਆਰ ਵੈਰੀ ਗੁੱਡ ਸੁਜੈਸ਼ਨਸ ਐਂਡ ਵਨ ਸ਼ੁੱਡ ਡੂ ਇਟ। ਘਰ ਘਰ ਰੁਜ਼ਗਾਰ ਸਰਕਾਰ ਦਾ ਇੱਕ ਬਹੁਤ ਵਧੀਆ ਮੋਟੋ ਰਿਹਾ, ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਕਰਦਾ ਹੈ ਕਿ ਸਾਡੇ ਘਰ 'ਚੋਂ ਇੱਕ ਪਰਸਨ ਨੂੰ ਤਾਂ ਨੌਕਰੀ ਮਿਲੂਗੀ, ਕਿਉਂਕਿ ਸਰਕਾਰੀ ਤੇ ਬੜਾ ਵਿਸ਼ਵਾਸ ਹੈ। ਨਿੱਜੀ ਡਿਪਾਰਟਮੈਂਟਾਂ ਦਾ ਤਾਂ ਹਾਲਾਤ ਹੋਰ ਨੇ। ਤੁਸੀਂ ਮੰਨਦੇ ਹੋ ਕਿ ਜਿਹੜੀ ਤੁਹਾਡੇ ਖਿੱਤੇ 'ਚ ਜਾਨੀ ਤੁਹਾਡੀ ਕੈਟਾਗਰੀ 'ਚ ਆਉਂਦੀਆਂ ਸੀਗੀਆਂ ਉਹ 'ਚ ਤੁਹਾਡਾ ਕਿੰਨਾ ਯੋਗਦਾਨ ਰਿਹਾ ਜਾਂ ਰਹੇਗਾ 5 ਸਾਲ? ਦੇਖੋ ਜਿਹੜੀ ਰਿਕੁਇਜ਼ੀਸ਼ਨ ਐਸਐਸ ਬੋਰਡ ਕੋਲ ਆਏਗੀ ਜੀ, ਅਸੀਂ ਇਨਸ਼ੋਰ ਕਰਾਂਗੇ ਕਿ ਉਹ ਸਾਰੀਆਂ ਰਿਕੁਇਜ਼ੀਸ਼ਨ ਕੰਪਲੀਟ ਹੋ ਕੇ ਰਿਕਰੂਟਮੈਂਟ ਹੋਏ, ਉਹਦੇ 'ਚ ਅਸੀਂ ਛੱਡਾਂਗੇ ਨਹੀਂ ਕੋਈ। ਕਿੰਨੇ ਫੀਸਦੀ ਤੁਹਾਡਾ ਯੋਗਦਾਨ ਬਣੀ ਕਰ ਰੁਜ਼ਗਾਰ? ਜਿੰਨੀ ਰਿਕੁਇਜ਼ੀਸ਼ਨ ਆ ਜਾਏਗੀ ਸਾਰੀਆਂ ਹੋਣਗੀਆਂ। 25% ਮੰਨ ਲਈ? ਨਹੀਂ, ਸਾਡੇ ਕੋਲ ਤਾਂ ਮੰਨ ਲਓ ਮੇਰਾ 100% ਰਹੂਗਾ। ਜਿੰਨੀ ਰਿਕੁਇਜ਼ੀਸ਼ਨ ਆ ਗਈ, ਮੰਨ ਲਓ ਮੇਰੇ ਕੋਲ 5000 ਦੀ ਰਿਕੁਇਜ਼ੀਸ਼ਨ ਆ ਜਾਂਦੀ ਆ, 5000 ਰਿਕਰੂਟ ਹੋਏਗਾ। ਕਿਉਂਕਿ ਜਿੰਨਾ ਤੁਸੀਂ ਹੁਣ ਤੱਕ ਦੱਸਿਆ, ਜੇ ਲੱਖ 'ਚੋਂ ਮੰਨੀਏ ਤਾਂ 20-25 ਦੇ ਨੇੜੇ ਤੇੜੇ ਨਿਕਲਦਾ। ਇਹ ਤਾਂ ਓਵਰਆਲ ਤੁਸੀਂ ਦੇਖ ਰਹੇ ਹੋ ਨਾ, ਤੁਸੀਂ ਐਸਐਸ ਬੋਰਡ ਨੂੰ ਦੇਖ ਰਹੇ ਹੋ। ਮੈਂ ਸਰ ਓਵਰਹਾਲ ਦੀ ਇਸ ਕਰਕੇ ਗੱਲ ਕਰ ਰਿਹਾ ਹਾਂ ਕਿ ਘਰ ਰੁਜ਼ਗਾਰ ਓਵਰਹਾਲ ਹੈ। ਨਹੀਂ ਸਰ, ਜਿਹੜੀ ਤੁਹਾਡੀ ਜ਼ਿੰਮੇਵਾਰੀ ਉਹ 'ਚ ਕਿੰਨੀ ਹੈ ਜੀ? ਦੇਖੋ ਜਿਹੜਾ ਤੁਸੀਂ ਘਰ ਰੋਜ਼ਗਾਰ ਵਾਲੀ ਗੱਲ ਵੀ ਹੈ ਨਾ, ਉਹ ਸਾਰੀਆਂ ਤੁਸੀਂ ਆਪ ਸਮਝਦਾਰ ਹੋ, ਸਾਰੀਆਂ ਨੌਕਰੀਆਂ ਸਰਕਾਰੀ ਨਹੀਂ ਮਿਲ ਸਕਦੀਆਂ। ਸਰਕਾਰੀ ਨੌਕਰੀ ਵਾਸਤੇ ਇੱਕ ਪੈਰਾਮੀਟਰ ਹੈ। ਫੋਰ ਐਗਜ਼ਾਮਪਲ ਇੱਕ ਸਟਰੈਂਥ ਆ ਇੱਕ ਡਿਪਾਰਟਮੈਂਟ ਦੇ ਵਿੱਚ, ਜੇ ਮੰਨ ਲਓ 50 ਕਲਰਕ ਨੇ ਤਾਂ ਇੱਕ ਸਟਰੈਂਥ ਆ, ਉਹ ਜਿਸ ਵਕਤ ਕਲਰਕ ਜਾਣਗੇ ਤੇ ਫਿਰ ਅਗਲੀਆਂ ਵਾਰੀ ਆਊਗੀ। ਸੋ ਜਦੋਂ ਰੋਜ਼ਗਾਰ ਦੇਣਾ ਉਹ ਨਿਰੀ ਸਰਕਾਰ ਤੇ ਨਹੀਂ ਹੋਏਗਾ, ਸੈਮੀ ਗਵਰਨਮੈਂਟ ਵੀ ਹੈਗੀਆਂ ਨੇ, ਵੱਡੀਆਂ ਅੰਡਰਟੇਕਿੰਗਸ ਵੀ ਹੈਗੀਆਂ ਨੇ, ਹੋਰ ਜਿਹੜੇ ਵੱਖਰੇ ਅਦਾਰੇ ਨੇ ਉਹਨਾਂ ਵਿੱਚ ਵੀ ਰੋਜ਼ਗਾਰ ਆਊਗਾ। ਸੋ ਇਸ ਕਰਕੇ ਸਾਡਾ ਤੇ ਜਿਹੜਾ ਮਕਸਦ ਹੈ ਕਿ ਜਿਹੜੀ ਰਿਕਰੂਟਮੈਂਟ ਜਾਂ ਰਿਕੁਇਜ਼ੀਸ਼ਨ ਸਾਡੇ ਕੋਲ ਆਊਗੀ ਅਸੀਂ 100% ਉਹਨੂੰ ਸਿਰੇ ਚੜਾਵਾਂਗੇ। ਇਹ ਸਨ ਸ਼੍ਰੀ ਰਮਨ ਬਹਿਲ ਜੀ, ਸਬਾਰਡੀਨੇਟ ਸਰਵਿਸ ਬੋਰਡ ਦੇ ਚੇਅਰਮੈਨ। ਉਹਨਾਂ ਦੇ ਮੁਤਾਬਕ ਸਰਕਾਰ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ, ਘਰ ਰੁਜ਼ਗਾਰ ਵਾਲੇ ਨਾਅਰੇ ਦੇ ਵਿੱਚ ਉਹ ਪੂਰੇ ਉਤਰੇ ਨੇ ਤੇ ਜਿੰਨੀਆਂ ਉਹਨਾਂ ਨੂੰ ਅਸਾਮੀਆਂ ਭਰਨ ਲਈ ਕਿਹਾ ਗਿਆ ਉਹ ਪਾਰਦਰਸ਼ਤਾ ਨਾਲ ਤੇ ਨਵੀਆਂ ਕੁਝ ਵਿਧੀਆਂ ਅਪਣਾ ਕੇ ਕਿ ਲੋਕਾਂ ਤੇ ਨੂੰ ਉਮੀਦਵਾਰਾਂ ਨੂੰ ਕੋਈ ਐਸੀ ਤਕਲੀਫ ਨਾ ਹੋਵੇ, ਉਹਨਾਂ ਨੂੰ ਕੋਈ ਸ਼ੱਕ ਪੈਦਾ ਨਾ ਹੋਵੇ ਕਿ ਸਰਕਾਰ ਉਹਨਾਂ ਨੂੰ ਪਾਰਦਰਸ਼ਤਾ ਨਹੀਂ ਵਰਤ ਰਹੀ। ਹੁਣ ਦੂਸਰੀ ਗੱਲ ਇਹਨਾਂ ਨੇ ਕਹੀ ਕਿ ਜਿਵੇਂ ਸਟਾਫ ਸਿਲੈਕਸ਼ਨ ਕਮਿਸ਼ਨ ਬੋਰਡ ਸੈਂਟਰ ਵਰਤਦਾ ਹੈ ਕਿ ਇੱਕ ਵਾਰੀ ਐਗਜ਼ਾਮ ਲੈ ਲਿਆ ਜਾਵੇ, ਐਗਜ਼ਾਮ ਲੈਣ ਤੋਂ ਬਾਅਦ ਉਹਦੀ ਇੱਕ ਮੈਟ ਬਣਾ ਲਈ ਜਾਵੇ ਤੇ ਉਸੇ ਯੋਗਤਾ ਦੇ ਅਨੁਸਾਰ ਵੱਖ-ਵੱਖ ਵਿਭਾਗਾਂ 'ਚ ਜਿੱਥੇ ਕੈਂਡੀਡੇਟ ਚਾਹੀਦੇ ਨੇ ਉਹਨਾਂ ਨੂੰ ਉੱਥੇ ਰਿਕਰੂਟ ਕਰ ਦਿੱਤਾ ਜਾਵੇ ਤਾਂ ਜੋ ਉਮੀਦਵਾਰ ਦਾ ਤੇ ਸਰਕਾਰ ਦਾ ਸਮਾਂ ਵੀ ਬਚੇ ਤੇ ਖਰਚ ਵੀ ਬਚੇ। ਦੂਸਰੀ ਗੱਲ ਇਹਨਾਂ ਨੇ ਥੋੜ੍ਹਾ ਜਿਹਾ ਹੋਰ ਹਿਸਾਬ ਨਾਲ ਕਹੀ ਹੈ ਕਿ ਸਰਕਾਰਾਂ ਅਖੀਰਲੇ ਸਾਲ ਦੇ ਵਿੱਚ ਹੀ ਜ਼ਿਆਦਾ ਅਸਾਮੀਆਂ ਕਿਉਂ ਭਰਦੀ ਹੈ। ਉਹਨਾਂ ਨੇ ਕੁਝ ਅਦਾਰਿਆਂ ਦੇ ਤਹਿਤ ਕਿਹਾ ਕਿ ਜੋ ਸਾਨੂੰ ਕਿਹਾ ਗਿਆ ਸੀ ਤਾਂ ਭਰਿਆ, ਬਾਕੀ ਸਰਕਾਰ ਦੇ ਵੱਖ-ਵੱਖ ਅਦਾਰੇ ਨੇ ਕੰਮ ਕਰ ਰਹੇ ਨੇ। ਬਾਕੀ ਸਰਕਾਰ ਦਾ ਨਾਰਾ ਘਰ ਰੁਜ਼ਗਾਰ ਕਿੰਨਾ ਪੂਰਾ ਹੋਇਆ ਜਾਂ ਕਿੰਨਾ ਅਮਲ ਤੱਕ ਪਹੁੰਚਿਆ, ਇਹ ਤਾਂ ਹੁਣ ਚੋਣਾਂ ਆਉਣ ਵਾਲੀਆਂ ਨੇ, ਉਦੋਂ ਲੋਕਾਂ ਦਾ ਰੁਝਾਨ, ਲੋਕਾਂ ਦਾ ਰਿਸਪੌਂਸ
ਇਹ ਦੱਸੇਗਾ। ਜੇ ਤਾਂ ਇਹ ਸਰਕਾਰ ਫਿਰ ਸੱਤਾ ਵਿੱਚ ਆਉਂਦੀ ਹੈ ਤਾਂ ਵਿਸ਼ਵਾਸ ਮੰਨਿਆ ਜਾਏਗਾ, ਜੇ ਇਹਨੂੰ ਬਦਲਾਅ ਮੰਨਿਆ ਜਾਂਦਾ ਬਦਲ ਦਿੰਦੀ ਆ ਤਾਂ ਫਿਰ ਇੱਕ ਮੰਨਿਆ ਜਾਏਗਾ ਕਿ ਇਸ 'ਚ ਹੋਰ ਸੁਧਾਰਾਂ ਦੀ ਲੋੜ ਹੈ। ਉਹ ਇਸ਼ਾਰਾ ਇਹਨਾਂ ਨੇ ਵੀ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸੁਧਾਰਾਂ ਦੀ ਲੋੜ ਹੈ। ਸਰਕਾਰ ਵੀ ਇਸ ਨੂੰ ਸਮਝੇਗੀ ਤੇ ਲੋਕ ਵੀ ਸਮਝਣਗੇ। ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਆਪਣੇ ਵੋਟ ਦਾ ਸਭ ਤੋਂ ਵੱਡੇ ਅਧਿਕਾਰ ਦਾ ਇਸਤੇਮਾਲ ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਸਮਝ ਕੇ ਕਰਨਗੇ।